ਅੱਜ ਆਪਾਂ ਗੌੜੀ ਰਾਗ ਦੇ ਵਿੱਚ ਤੇ ਕਬੀਰ ਜੀ ਦੀ ਬਾਣੀ ਜਿਹੜੀ ਲੈ ਰਹੇ ਹਾਂ 18ਵਾਂ ਸ਼ਬਦ। ਹਾਂ, ਕਬੀਰ ਜੀ ਦਾ ਗੌੜੀ ਰਾਗ ਦੇ ਵਿੱਚ ਪਿੰਡ ਮੂਏ ਜਿਉ ਕੇ ਘਰੇ ਜਾਤਾ। ਇਹ ਸਵਾਲ ਹੈਗਾ ਕਬੀਰ ਜੀ ਦਾ। ਪਿੰਡ ਮੂਏ ਹੁਣ ਦੇ ਇਹਨੂੰ ਸਿੰਪਲ ਜੇ ਆਪਾਂ ਦੇਖੀਏ ਤੇ ਐਵੇਂ ਦਾ ਲੱਗਦਾ ਹੈ ਕਿ ਜਿਵੇਂ ਬਈ ਸਰੀਰ ਜਿਹੜਾ ਹੈਗਾ ਮਰ ਜਾਂਦਾ ਤੇ ਫਿਰ ਜੀਓ ਜਿਹੜਾ ਹੈਗਾ ਜੀਓ ਕਿੱਥੇ ਜਾਂਦਾ ਹੈ ਫਿਰ। ਪਰ ਐਵੇਂ ਦੀ ਗੱਲ ਤਾਂ ਹੋ ਨਹੀਂ ਰਹੀ ਭਾਈ। ਫਿਰ ਪਿੰਡ ਮੂਏ ਤਾਂ ਜੀਓ ਤਾਂ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਉਹ ਭੂਤ ਪ੍ਰੇਤ ਦੀ ਜੂਨ 'ਚ ਹੀ ਹੁੰਦਾ ਹੈ। ਜੇ ਸਰੀਰ ਹੁੰਦਾ ਨਹੀਂ ਹੈ ਸੂਖਸ਼ਮ ਸਰੀਰ ਦੇ ਨਾਲ ਜਿਹੜਾ ਹੈਗਾ ਫਿਰ ਉਹ ਬਾਅਦ 'ਚ ਜਦੋਂ ਦਾ ਉਹਨੂੰ ਫਿਰ ਸਲਾਟ ਜਾਂ ਨੰਬਰ ਜਗ੍ਹਾ ਮਿਲਦੀ ਹੈ ਤੇ ਫਿਰ ਉਹ ਉਸ ਜੂਨ ਦੇ ਵਿੱਚ ਜਾਂਦਾ ਹੈ। ਰਹਿ ਰਿਹਾ ਵੀ ਜੇ ਧਿਆਨ ਸਿਮਰਨ ਨਹੀਂ ਪੂਰਾ ਹੋਇਆ ਤੇ ਫਿਰ ਦੁਬਾਰਾ ਮਨੁੱਖ ਸਰੀਰ ਲੱਭ ਜਾਊਗਾ ਤੇ ਜੇ ਬਿਲਕੁਲ ਹੀ ਨਹੀਂ ਕੀਤਾ ਤੇ ਫਿਰ ਜੂਨਾਂ 'ਚ ਜਾਊਗਾ। ਪਰ ਇਹੀ ਜਿਹੀ ਗੱਲ ਨਹੀਂ ਹੈ ਇੱਥੇ ਕਬੀਰ ਜੀ ਕਹਿ ਰਹੇ ਭਾਈ ਪਿੰਡ ਮੂਏ ਜਿਉ ਕੇ ਘਰੇ ਜਾਤਾ। ਗੌੜੀ ਕਬੀਰ ਜੀ ਪਿੰਡ ਮੂਏ ਜਿਉ ਕੇ ਘਰੇ ਜਾਤਾ ਕਹਿੰਦੇ ਜਦ ਸਰੀਰ ਦੀ ਪਕੜ ਜਿਹੜੀ ਹੈਗੀ ਆ, ਕਿਉਂਕਿ ਆਪਾਂ ਜਿਹੜੇ ਹੈਗੇ ਸਰੀਰ ਦੇ ਨਾਲ ਹੀ ਅਟੈਚ ਹੈਗੇ ਆ। ਆਪਾਂ ਸਰੀਰ ਆਪਣੇ ਆਪ ਨੂੰ ਸਰੀਰ ਮੰਨਿਆ, ਸਰੀਰ ਨੂੰ ਹੀ ਖਿਲਾ ਰਹੇ ਪਿਲਾ ਰਹੇ, ਸਰੀਰ ਦਾ ਹੀ ਸਾਰਾ ਸਵਾਰ ਰਹੇ ਆ, ਸਰੀਰ ਦੇ ਵਾਸਤੇ ਹੀ ਸਾਰਾ ਕੁਝ ਕਰ ਰਹੇ ਆ ਆਪਾਂ। ਪਰ ਜਿਹੜੇ ਅਭਿਆਸੀ ਹੈਗੇ ਜਿਹੜੇ ਧਿਆਨ ਸਿਮਰਨ ਕਰਦੇ ਆ ਉਹ ਸਰੀਰ ਦੀ ਪਕੜ ਤੋਂ ਆਜ਼ਾਦ ਹੋ ਜਾਂਦੇ ਆ। ਕਹਿੰਦੇ ਉਹਨਾਂ ਦਾ ਫਿਰ ਜੀਓ ਜਿਹੜਾ ਹੈਗਾ ਕਿੱਥੇ ਜਾ ਕੇ ਉਹ ਟਿਕਾਣਾ ਕਿੱਥੇ ਹੁੰਦਾ ਉਹਨਾਂ ਦਾ, ਇਹ ਪੁੱਛ ਰਹੇ ਆ। ਸਰੀਰ ਦੇ ਹੁੰਦੇ ਹੋਏ ਹੀ ਇਨਸਾਨ ਜਿਹੜਾ ਹੈਗਾ ਸਰੀਰ ਦੇ ਵਿੱਚ ਹੀ ਹੈਗਾ ਔਰ ਸਰੀਰ ਦੀ ਪਕੜ ਤੋਂ ਆਜ਼ਾਦ ਹੈਗਾ। ਪਿੰਡ ਮੂਏ ਜਿਉ ਕੇ ਕਰ ਜਾਤਾ ਸ਼ਬਦੇ ਅਤੀਤ ਅਨਾਹਦ ਰਾਤਾ। ਕਹਿੰਦੇ ਭਾਈ ਉਹ ਸ਼ਬਦ ਦੇ ਦੁਆਰਾ, ਸ਼ਬਦ ਅਭਿਆਸ ਦੇ ਦੁਆਰਾ ਆਗੇ ਹੋ ਗਿਆ ਜੀ। ਓਹੋ ਇਹ ਕਰਮਜੀਤ ਜੀ ਆਪਣਾ ਮਾਈਕ ਬੰਦ ਕਰ ਦਿਓ। ਕਰਮਜੀਤ ਬਾਪ ਰੇ, ਨਾ ਇਹ ਸੁਣ ਰਹੇ ਹੈ ਤੇ ਨਾ ਇਹ ਕਰਮਜੀਤ ਸੰਧੂ ਮੈਂ ਹੀ ਬੰਦ ਕਰਤਾ ਭਾਈ। ਇਹ ਤਾਂ ਸੁਣ ਨਹੀਂ ਰਹੇ, ਪਤਾ ਨਹੀਂ ਕੀ ਖੜਕਾ ਰਿਹਾ। ਕਰਮਜੀਤ ਸੰਧੂ ਜੀ ਜੇ ਤੁਸੀਂ ਰਿਕਾਰਡਿੰਗ ਸੁਣ ਲਿਓ ਨਾ ਤੇ ਪਤਾ ਲੱਗ ਜਾਏਗਾ ਤੁਸੀਂ ਕਿਸ ਤਰ੍ਹਾਂ ਡਿਸਟਰਬ ਕੀਤਾ ਹੈ। ਗੌੜੀ ਕਬੀਰ ਜੀ ਪਿੰਡ ਮੂਏ ਜਿਉ ਕੇ ਘਰੇ ਜਾਤਾ ਸ਼ਬਦੇ ਅਤੀਤ ਅਨਾਹਦ ਰਾਤਾ। ਕਹਿੰਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਉਹ ਸ਼ਬਦ ਅਭਿਆਸ ਧਿਆਨ ਸਿਮਰਨ ਦੇ ਦੁਆਰਾ ਅਤੀਤ ਹੋ ਗਿਆ। ਇਹ ਮਾਇਆ ਦੀ ਪਕੜ ਤੋਂ ਆਜ਼ਾਦ ਕਿਵੇਂ ਹੋਇਆ, ਪਿੰਡ ਦੀ ਪਕੜ ਤੋਂ ਜਿਉ ਆਜ਼ਾਦ ਕਿਵੇਂ ਹੋਇਆ। ਕਹਿੰਦੇ ਉਹ ਜਿਹੜਾ ਹੈ ਸ਼ਬਦ ਦੇ ਦੁਆਰਾ ਹੋ ਗਿਆ, ਅਤੀਤ ਹੋ ਗਿਆ, ਉੱਪਰ ਉੱਠ ਗਿਆ, ਸਵਾਦਾਂ ਤੋਂ ਰਸਾਂ ਕਸਾਂ ਤੋਂ ਇਹ ਮੋਹ ਤੋਂ ਉੱਪਰ ਉੱਠ ਗਿਆ, ਸਰੀਰ ਦਾ ਮੋਹ ਤੋਂ। ਇਹ ਸਰੀਰ ਦੇ ਜਿਹੜੀਆਂ ਸਰੀਰ ਦੇ ਜਿਹੜੇ ਹੈਗੇ ਆ ਇਹ ਖਿੱਚਾਂ ਜਿਹੜੀਆਂ ਸੀ ਸਰੀਰ ਦੀਆਂ ਜਿਹੜੀਆਂ ਕਾਲ ਨੇ ਪਾਈਆਂ ਹੋਈਆਂ ਸੀਗੀਆਂ, ਕਹਿੰਦੇ ਉਸ ਚੋਂ ਉੱਪਰ ਉੱਠ ਕੇ ਅਨਾਹਦ ਦੇ ਨਾਲ ਉਹ ਮਾਲਕ ਪਰਮਾਤਮਾ ਜਿਹਦੀਆਂ ਹੱਦਾਂ ਹੀ ਨਹੀਂ ਹੈ ਉਹਦੇ ਵਿੱਚ ਰਤਿਆ ਗਿਆ। ਇਹ ਜਿਉਂਦੇ ਜੀ ਆਪਾਂ ਨੇ ਇਹ ਕੰਮ ਕਰਨਾ ਹੈ। ਪਿੰਡ ਮੂਏ ਜਿਉ ਕੇ ਘਰੇ ਜਾਤਾ ਸ਼ਬਦੇ ਅਤੀਤ ਅਨਾਹਦ ਰਾਤਾ। ਜਿਨੇ ਰਾਮ ਜਾਣਿਆ ਤਿਨੇ ਪਛਾਣਿਆ। ਬਸ ਜਿਨ੍ਹਾਂ ਨੇ ਰਾਮ ਨੂੰ ਜਾਣ ਲਿਆ ਉਹਨਾਂ ਨੇ ਇਸ ਅਵਸਥਾ ਨੂੰ ਅਨੁਭਵ ਕਰ ਲਿਆ। ਜਿਨੇ ਰਾਮ ਜਾਣਿਆ ਤਿਨੇ ਪਛਾਣਿਆ।
ਔਰ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਅਵਸਥਾ। ਇਹ ਪ੍ਰੈਕਟੀਕਲ ਹੈਗਾ। ਜਿਨੇ ਰਾਮ ਜਾਣਿਆ ਤਿਨੇ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਇਸ ਤਰ੍ਹਾਂ ਦਾ ਹੈਗਾ ਭਾਈ, ਜਿਵੇਂ ਗੂੰਗਾ ਹੈਗਾ ਤੇ ਸ਼ੱਕਰ ਦੇ ਨਾਲ ਜਾਂ ਮਿੱਠੇ ਦੇ ਨਾਲ ਜਾਂ ਸਵਾਦ ਦੇ ਨਾਲ ਜਿਹੜਾ ਹੈਗਾ ਉਹਨੇ ਉਹਦਾ ਅਨੁਭਵ ਕੀਤਾ ਹੈ, ਪਰ ਉਹ ਬਿਆਨ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ। ਜਿਨੇ ਰਾਮ ਜਾਣਿਆ ਤਿਨਹਿ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਵੀਰ ਜੀ ਕਿੰਨੇ ਅੰਗ ਤੇ ਅੰਗ 327 327। ऐसा ज्ञान कथय बनवारी, मन रे पवन दृढ़ सुख मन नारी रहो। ऐसा ज्ञान कथय बनवारी। आया ज्ञान पाई, ये प्रैक्टिकल हैगा। ये ज्ञान ऐसा ज्ञान कथय बनवारी। उस मालक परमात्मा का ध्यान सिमरन, मालक परमात्मा का जिहड़ा हैगा भजन बंदगी, ਇਹਦੇ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਆ ਸਰੀਰ ਮਿਲਿਆ ਹੋਇਆ ਹੈ, ਇਹਦੇ ਵਾਸਤੇ ਆ ਚਾਂਸ ਮਿਲਿਆ ਹੈ, ਇਹਦੇ ਵਾਸਤੇ ਬਾਰੀ ਹੈਗੀ ਹੈ। ਐਸਾ ਗਿਆਨ ਕਥੈ ਬਨਵਾਰੀ। ਬਨਵਾਰੀ ਮਤਲਬ ਬੰਦ ਦਾ ਵਾਲੀ, ਬੰਦ ਦਾ ਮਾਲਕ ਪਰਮਾਤਮਾ, ਉਹ ਆਪ ਜਿਹੜਾ ਹੈਗਾ ਮਦਦ ਕਰਦਾ ਹੈ। ਆਪ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਗੂੰਗੇ ਸਾਕਰ ਵਾਲਾ ਜਿਹੜਾ ਹੈਗਾ ਇਹ ਸਵਾਦ ਉਹ ਮਾਲਕ ਪਰਮਾਤਮਾ ਆਪ ਦਿੰਦਾ ਹੈ। ਐਸਾ ਗਿਆਨ ਕਥੈ ਬਨਵਾਰੀ, मन रे पवन दृढ़ सुख मन नारी। हे मेरे मना, इस जगह ते आया तेरा टारगेट। मन रे पवन, पवन कहते श्वास, इस तरह श्वास सिमरन कर और दृढ़ कर ला इस चीज़ नू। और सुखमन जिहड़ा हैगा, सुखमना जिहड़ी हैगी सुखमना नाड़ी, ओदा उपर जिहड़ा हैगे दसम द्वार ते जिहड़ा हैगे अपनी प्राण शक्ति लैके जा। श्वास सिमरन, ध्यान सिमरन के द्वारा अपनी प्राण शक्ति जिहड़ी हैगी आ ये शरीर की पकड़ तो आज़ाद हो और प्राण शक्ति उत्थे लैके जा। तीन सौ 27 अंग ते हैगे गुरकी जी। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ ਤੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਨਾ ਬੁਲਾਇਓ, ਹੁਣ ਟਾਈਮ ਵਾਵਾ ਲੇਟ ਹੋ ਗਿਆ ਮੈਂ। ਹਾਂਜੀ ਨਿਜਰ ਸਾਹਿਬ ਕਿੰਨੇ ਅੰਗ ਤੇ ਜਾਵਾਂ? 327। ਪਿੰਡ ਮੂਏ ਜਿਉ ਕਿਉ ਕੇ ਕਰੇ ਜਾਤਾ। ਹਾਂਜੀ ਠੀਕ ਹੈ ਜੀ, ਸ਼ੁਰੂ ਕਰੋ ਜੀ। ਪਿੰਡ ਮੂਏ ਜਿਉ ਕੇ ਕਰੇ ਜਾਤਾ। ਕਬੀਰ ਜੀ ਕਹਿੰਦੇ ਕਿ ਜਦ ਸਰੀਰ ਦੀ ਪਕੜ ਤੋਂ ਇਨਸਾਨ ਸਰੀਰ ਦੇ ਵਿੱਚ ਹੁੰਦੇ ਹੋਏ ਸਰੀਰ ਦੀ ਪਕੜ ਤੋਂ ਆਜ਼ਾਦ ਹੋ ਜਾਂਦਾ ਹੈ, ਜਦ ਇਹ ਰਸਾਂ ਕਸਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਜਾਂਦਾ ਹੈ, ਤੇ ਫਿਰ ਕਹਿੰਦੇ ਜਿਉ ਕਿੱਥੇ ਕਿਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਮਨ ਕਿੱਥੇ ਜਿਹੜਾ ਜਿਉ ਕਿਸ ਘਰ ਦੇ ਵਿੱਚ ਟਿਕਦਾ ਹੈ ਜਾ ਕੇ। ਕਹਿੰਦੇ ਸ਼ਬਦੇ ਅਤੀਤ ਅਨਾਹਦ ਦੇ ਰਾਤਾ। ਕਹਿੰਦੇ ਸ਼ਬਦ ਦੇ ਦੁਆਰਾ ਅਤੀਤ ਹੋ, ਇਹ ਸਟੇਜ ਮਿਲਦੀ ਹੈ ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਅਨਾਹਤ ਦੇ ਵਿੱਚ ਜਾ ਕੇ ਰਤਿਆ ਜਾਂਦਾ ਹੈ। ਅਨਾਹਤ ਕੌਣ ਆ? ਜਿਹਦੀਆਂ ਹੱਦਾਂ ਹੀ ਨਹੀਂ ਆ, ਉਹ ਮਾਲਕ ਪਰਮਾਤਮਾ। ਉਹਦੇ ਵਿੱਚ, ਉਹਦੇ ਧਿਆਨ ਦੇ ਵਿੱਚ ਜਿਹੜਾ ਜੀਵ ਜਿਹੜਾ ਹੈਗਾ ਇਹ ਮਾਇਆ ਦੇ ਬੰਧਨ ਜਿਹੜੇ ਆ, ਸਰੀਰ ਦੇ ਬੰਧਨ ਜਿਹੜੇ ਹੈਗੇ, ਇਹ ਪੰਜਾਂ ਤੱਤਾਂ ਦੇ ਜਿਹੜੇ ਬੰਧਨ ਹੈਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ द्वैत ਤੇ ਰਾਗ, ਇਸ ਤੋਂ ਉੱਪਰ ਉੱਠ ਕੇ ਜਦ ਜਿਹੜਾ ਹੈਗਾ ਜੀਓ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਸੁਰਤ ਜਿਹੜੀ ਹੈਗੀ ਜਾ ਕੇ ਪਰਮਾਤਮਾ ਦੇ ਵਿੱਚ ਟਿਕ ਜਾਂਦੀ ਹੈ ਪਾਏ। ਅਨਾਹਦ, ਉਸ ਅਨਹਦ ਜਿਹੜੀ ਹੱਦਾਂ ਹੀ ਨਹੀਂ ਹੈ ਮਾਲਕ ਪਰਮਾਤਮਾ ਦੀਆਂ, ਉੱਥੇ ਟਿਕਦੀ ਹੈ ਸੁਰਤ। ਜਿਨੇ ਰਾਮ ਜਾਣਿਆ ਤਿਨੇ ਪਛਾਣਿਆ। ਕਹਿੰਦੇ ਇਹ ਚੀਜ਼ ਜਿਹੜੀ ਹੈਗੀ ਉਹੀ ਇਹਦੀ ਆਵਾਜ਼ ਨਹੀਂ ਆ ਰਹੀ। ਹਾਂਜੀ ਆਵਾਜ਼ ਦੇਖ ਲਓ, ਬਾਕੀਆਂ ਨੂੰ ਆ ਰਹੀ ਹੈ ਜੀ? ਹਾਂਜੀ ਹਾਂਜੀ ਠੀਕ ਹੈ, ਬਹੁਤ ਵਧੀਆ ਆ ਰਹੀ, ਬਹੁਤ ਵਧੀਆ ਆ ਰਹੀ। ਹਾਂਜੀ ਆਵਾਜ਼ ਆਪਣਾ ਦੇਖ ਲਿਆ ਕਰੋ ਜੀ, ਤੁਹਾਡਾ ਹੀ ਜਿਹੜਾ ਹੈਗਾ, ਕਿਉਂਕਿ ਬਾਕੀ ਸੰਗਤ ਬਹੁਤ ਹੈਗੀ, ਸਾਰਿਆਂ ਨੂੰ ਆ ਰਹੀ।
ਜਿਨੇ ਰਾਮ ਜਾਣਿਆ ਤਿਨਹਿ ਪਛਾਣਿਆ। ਕਹਿੰਦੇ ਇਹ ਅਵਸਥਾ ਜਿਹੜੀ ਹੈਗੀ ਉਹੀ ਜਾਣ ਸਕਦੇ ਆ ਭਾਈ ਜਿਨ੍ਹਾਂ ਨੇ ਇਸ ਨੂੰ ਹੰਢਾਇਆ ਹੈਗਾ, ਜਿਨ੍ਹਾਂ ਨੇ ਆਪਣੇ ਅੰਦਰ ਉਹ ਮਾਲਕ ਪਰਮਾਤਮਾ ਨੂੰ ਜਾਣਿਆ ਹੈਗਾ। ਉਹਨਾਂ ਨੇ ਪਛਾਣਿਆ ਇਸ ਚੀਜ਼ ਨੂੰ, ਉਹਨਾਂ ਨੇ ਪ੍ਰੈਕਟੀਕਲ ਕੀਤਾ ਇਹਦਾ। ਜਿਉਂ ਗੂੰਗੇ ਸਾਕਰ ਮਨ ਮਾਨਿਆ। ਇਹ ਤਾਂ ਇਸ ਤਰ੍ਹਾਂ ਦਾ ਹੈਗਾ ਭਾਈ, ਇਹਨੂੰ ਬੋਲ ਕੇ ਦੱਸ ਵੀ ਨਹੀਂ ਸਕਦੇ। ਜਿਵੇਂ ਜਿਹੜਾ ਹੈਗਾ ਗੂੰਗਾ ਜਿਹੜਾ ਹੈਗਾ ਜਿਵੇਂ ਖੰਡ ਦੇ ਨਾਲ ਸ਼ੱਕਰ ਦੇ ਨਾਲ ਮਨ ਮੰਨ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜਰ ਸਾਹਿਬ। ਇਹ ਸਾਧ ਸੰਗਤ ਜੀ ਜਿਹੜੀ ਬਾਣੀ ਆਪਾਂ ਪੜ੍ਹ ਰਹੇ ਹਾਂ ਨਾ, ਇਹ ਅਸਲ ਚ ਤੁਹਾਡੀ ਸਾਧਨਾ ਦੇ ਰਿਲੇਟਡ ਹੀ ਹੈ। ਵੈਸੇ ਜਿਹੜਾ ਮੂਆ ਪਿੰਡ ਦੀ ਗੱਲ ਕਰਦੇ ਨਾ, ਵੈਸੇ ਤੇ ਏਦਾਂ ਆਪਾਂ ਉਹਨੂੰ ਵੀ ਸਮਝ ਸਕਦੇ ਹਾਂ ਕਿ ਸਰੀਰ ਮਰ ਗਿਆ ਤੇ ਜੀਵ ਕਿੱਥੇ ਜਾਊਗਾ। ਹਾਂ ਪਹਿਲਾਂ ਉਹ ਵੀ ਬਣਦੀ ਆ, ਪਰ ਇਹ ਉਹ ਗੱਲ ਨਹੀਂ ਹੈ। ਅਗਲੀ ਬਾਣੀ ਮੈਂ ਹੁਣੇ ਵੇਖੀ ਆ, ਉਹ ਸਾਧਨਾ ਦੀ ਅਵਸਥਾ ਦੀ ਗੱਲ ਕਰਦੇ ਆ ਜਦੋਂ ਤੁਸੀਂ ਨਿਰਵਿਚਾਰ ਹੋ ਕੇ ਆਤਮ ਤੱਤ ਚ ਲੀਨ ਹੋ ਜਾਂਦੇ ਤੇ ਉਦੋਂ ਜੀਵ ਕਿੱਥੇ ਚੱਲ ਜਾਂਦਾ। ਬਸ 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 ਠੀਕ ਹੈ ਜੀ। ਤੇ ਇਹ ਬਸ ਤੁਹਾਡੀ ਅਵਸਥਾ ਨੂੰ ਤਸਦੀਕ ਕਰ ਰਹੀ ਹੈ ਬਾਣੀ, ਬਿਲਕੁਲ ਤੁਹਾਡੇ ਮਾਰਗ ਨੂੰ ਇੱਕ ਜਿੱਦਾਂ ਮਤਲਬ ਮਾਈਲਸਟੋਨ ਕਹਿ ਲਓ। ਬਿਲਕੁਲ ਸਹੀ ਗੱਲ ਹੈ। ਹਾਂ ਇਹ ਮਾਈਲਸਟੋਨ ਕਰ ਰਹੇ। ਹੁਣ ਇਹ ਦੇਖੋ, ਇਹ ਪਤਾ ਕੀ ਗੱਲ ਕਰ ਰਹੇ, ਕਹਿੰਦੇ ਪਿੰਡ ਮੂਏ ਜਿਉ ਕਹਾਂ ਕੀ ਕਰ ਜਾਤਾ। ਹੁਣ ਇੱਥੇ ਪਤਾ ਕੀ ਹੁੰਦਾ ਵਾ ਕਿ ਜਦੋਂ ਮੇਰੀ ਆਵਾਜ਼ ਠੀਕ ਆ ਰਹੀ ਹੈ ਨਾ? ਹਾਂਜੀ ਬਹੁਤ ਵਧੀਆ। ਮੂਏ ਦਾ ਮਤਲਬ ਇੱਥੇ ਹੈ ਕਿ ਜਿਉਂਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਇਹ ਗੱਲ ਤੇ ਕਹਿੰਦੇ ਕਿ ਇੰਦਰੀਆਂ ਦੇ ਮਰਨ ਦੀ ਗੱਲ ਕਰਦੇ ਆ। ਇੰਦਰੀਆਂ ਮਰ ਜਾਣਾ ਮਤਲਬ ਕਿ ਉਹ ਸ਼ਾਂਤ ਹੋ ਜਾਣਾ, ਮਨ ਦਾ ਸ਼ਾਂਤ ਹੋ ਜਾਣਾ ਹੀ ਮਨ ਦਾ ਨਸ਼ਟ ਹੋ ਜਾਣਾ ਹੈ। ਅਨਮਨੀ ਅਵਸਥਾ ਕਹਿੰਦੇ ਇਹਨੂੰ। ਉਹ ਕਹਿੰਦੇ ਜਦੋਂ ਮਨ ਹੀ ਨਹੀਂ ਹੈਗਾ, ਉੱਥੇ ਹੁਣ ਵਿਚਾਰ ਨਹੀਂ ਹੈਗੇ, ਚਿੱਤ ਖਾਲੀ ਹੋ ਗਿਆ, ਚਿੱਤ ਇੱਕਦਮ ਸ਼ਾਂਤ ਹੋ ਗਿਆ, ਹੁਣ ਕੋਈ ਤਰੰਗ ਨਹੀਂ ਪੈਦਾ ਹੁੰਦੀ, ਉਦੋਂ ਜੀਵ ਕਿੱਥੇ ਜਾਂਦਾ? ਇਹ ਸਾਧਨਾ ਦੀ ਗੱਲ ਕਰ ਰਹੇ ਨੇ। ਹਾਂਜੀ ਠੀਕ ਹੈ, ਅਗਲੀ ਤੁਕ ਬੋਲੋ ਨੇ। ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਓ। ਕਹਿੰਦੇ ਆਹ ਗਿਆਨ ਹੈ ਭਾਈ, ਇਹਨੂੰ ਗਿਆਨ ਕਹਿ ਰਹੇ ਆ ਕਬੀਰ ਜੀ, ਇਹਨੂੰ ਗਿਆਨ ਕਹਿ ਰਹੇ ਆ ਭਾਈ। ਆਹ ਗਿਆਨ ਲੈਣਾ ਹੈ। ਆਹ ਗਿਆਨ ਇਹ ਕੌਣ ਦਿੰਦਾ ਹੈ, ਕੌਣ ਕਰਤਾ ਹੈ? ਉਹ ਬਨਵਾਰੀ ਮਾਲਕ ਪਰਮਾਤਮਾ। ਆਹ ਹੈ ਦਾਤ ਮਾਲਕ ਪਰਮਾਤਮਾ ਦੀ। ਐਸਾ ਗਿਆਨ ਕਥੈ ਬਨਵਾਰੀ। ਬਨਵਾਰੀ ਕੌਣ? ਬਨ ਦਾ ਵਾਲੀ, ਬਨ ਦਾ ਮਾਲੀ ਮਾਲਕ ਪਰਮਾਤਮਾ। ਉਹਦੀ ਦਾਤ ਆ, ਉਹਨੇ ਪ੍ਰੋਵੀਜ਼ਨ ਕੀਤਾ ਹੋਇਆ ਇਹਦਾ। ਇਹ ਦਸਮ ਦੁਆਰ ਦੀ ਖੇਡ ਦਾ ਪ੍ਰੋਵੀਜ਼ਨ ਮਾਲਕ ਨੇ ਕੀਤਾ ਹੈ। ਐਸਾ ਗਿਆਨ ਕਥੈ ਬਨਵਾਰੀ। ਆਹ ਗਿਆਨ ਕਥ ਪਾਏ, ਆਹ ਗਿਆਨ ਤੇ ਪਹੁੰਚ, ਆਹ ਗਿਆਨ ਆਹ ਪ੍ਰੈਕਟੀਕਲ ਕਰ। ਹੇ ਮੇਰੇ ਮਨਾ, ਮਨ ਰੇ ਪਵਨ, ਤੇਰੇ ਕੋਲ ਸਵਾਸ ਹੈਗੇ ਆ, ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਔਰ ਸੁਖਮਨ ਜਿਹੜੀ ਹੈਗੀ, ਹੀੜਾ ਪਿੰਗਲਾ ਔਰ ਸੁਖਮਨ, ਸੁਖਮਨ ਜਿਹੜੀ ਹੈਗੀ ਸੂਖਸ਼ਮ, ਜਿਹੜੀ ਤ੍ਰਿਕੁਟੀ ਦੇ ਉੱਤੇ ਜਿਹੜੀ ਹੈਗੀ ਤ੍ਰਿਵੇਣੀ ਜਿਹੜੀ ਹੈਗੀ, ਜਿਹਨੂੰ ਕਹਿੰਦੇ ਤ੍ਰਿਵੇਣੀ ਵੀ ਕਹਿ ਦਿੰਦੇ ਆ, ਕਹਿੰਦੇ ਉਸ ਜਗ੍ਹਾ ਤੇ ਸਵਾਸ ਸਿਮਰਨ ਕਰਕੇ ਇਹਨੂੰ ਦ੍ਰਿੜ ਪੱਕਾ ਕਰ ਲਾ। ਔਰ ਉਸ ਆਹ ਗਿਆਨ ਕਥ, ਆਹ ਗਿਆਨ ਦਾ ਪ੍ਰੈਕਟੀਕਲ ਕਰ ਰਹਾਓ। ਹਾਂਜੀ ਵੀਰ। ਹਾਂਜੀ ਇਹ ਨਿੱਜਾ ਸਾਹਿਬ ਪਹਿਲੀਆਂ ਦੋ ਲਾਈਨਾਂ ਫਿਰ ਮੈਂ ਦੁਬਾਰਾ ਬੋਲਾਂਗਾ। ਹਾਂਜੀ। ਇੱਕ ਪਿੰਡ ਮੂਏ ਜਿਉ ਕਹਾਂ ਘਰ ਜਾਤਾ। ਠੀਕ ਹੈ ਜੀ? ਹਾਂ ਠੀਕ ਹੈ। ਕਿਹ ਕਰ ਜਾਤਾ, ਕਿਹੜੇ ਘਰ ਜਾਂਦਾ ਜੀਵ? ਉਦੋਂ ਜੀਵ ਜਿਹੜਾ ਆਤਮਾ ਚ ਲੀਨ ਹੋ ਜਾਂਦਾ। ਆਤਮਾ ਤੋਂ ਭਾਵ ਕਿ ਬ੍ਰਹਮ ਚ ਲੀਨ ਹੋ ਜਾਣਾ, ਪਾਰ ਬ੍ਰਹਮ ਚ। ਬਿਲਕੁਲ। ਜਿਹੜਾ ਬ੍ਰਹਮ ਦੇ ਅੰਦਰ ਆ, ਜਿਹੜਾ ਧੁਰਾ ਹੈ ਸੰਸਾਰ ਦਾ, ਜਿਹਦੇ ਅੰਦਰ ਹੈ ਸਾਰਾ ਕੁਝ, ਪਰ ਉਹ ਆਪ ਜਿਹੜਾ ਗਤੀਹੀਨਤਾ ਤੇ ਆ। ਔਰ ਜਦੋਂ ਅਸੀਂ ਗਤੀਹੀਨ ਹੋ ਜਾਂਦੇ ਹਾਂ ਤਦੋਂ ਅਸੀਂ ਉਸ ਸ਼ਕਤੀ ਨੂੰ ਜਾਣਦੇ ਹਾਂ। ਫਿਰ ਅਗਲੀ ਤੁਕ ਬੋਲਣ ਜਿਵੇਂ ਸ਼ਬਦ ਅਤੀਤ। ਸ਼ਬਦੇ ਅਤੀਤ ਅਨਾਹਦ ਰਾਤਾ। ਸ਼ਬਦ ਦੇ ਦੁਆਰਾ ਪਹੁੰਚਿਆ ਇਸ ਜਗ੍ਹਾ ਤੇ, ਮਾਇਆ ਤੋਂ ਅਤੀਤ ਹੋਇਆ, ਰਸਾ ਕਸਾਂ ਤੋਂ ਅਨਹਦ ਦੇ ਵਿੱਚ ਰਤਿਆ ਗਿਆ, ਉਸ ਮਾਲਕ ਪਰਮਾਤਮਾ ਦੇ ਵਿੱਚ, ਆਤਮਾ ਵਿੱਚ ਲੀਨ ਹੋ ਗਿਆ। ਹਾਂ ਹੁਣ ਉਹ ਉਸ ਅਵਸਥਾ ਦੇ ਵਿੱਚ ਕੀ ਹੋਇਆ ਕਿ ਕਹਿੰਦੇ ਦੋ ਤੱਤ ਹੈਗੇ ਨੇ ਸਾਰੇ ਸੰਸਾਰ 'ਚ, ਇੱਕ ਬ੍ਰਹਮ ਤੇ ਇੱਕ ਪਾਰ ਬ੍ਰਹਮ। ਬ੍ਰਹਮ ਤੋਂ ਭਾਵ ਆ ਜਿਹੜਾ ਮਾਇਆ ਰੂਪੀ ਸੰਸਾਰ ਤੋਂ ਟੁੱਟ ਕੇ ਜੀਵ ਕੀ ਹੋਇਆ, ਜੀਵ ਪਾਰ ਬ੍ਰਹਮ 'ਚ ਚਲ ਗਿਆ। ਤਾਂ ਉਹ ਸ਼ਬਦ ਦੇ ਵਿੱਚ ਅੰਦਰ ਚਲਾ ਗਿਆ, ਬਹੁਤ ਗਹਿਰਾ ਚਲ ਗਿਆ, ਜਿੱਥੇ ਕੋਈ ਜਾ ਨਹੀਂ ਪਾਉਂਦਾ, ਬਹੁਤ ਗਹਿਰੀ ਹੈ। ਭਲਾ ਉੱਥੇ ਬ੍ਰਹਮੇ ਵੀ ਨਹੀਂ ਜਾ ਸਕਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ਾਇਦ ਇਸ ਚੀਜ਼ ਦਾ। ਬਾਣੀ 'ਚ ਲਿਖਿਆ ਹੈ ਕਿ ਉੱਥੇ ਬ੍ਰਹਮੇ, ਵਿਸ਼ਨੂੰ, ਮਹੇਸ਼ ਵਰਗੇ ਵੀ ਸ਼ਕਤੀਆਂ ਜਿਹੜੀਆਂ ਉੱਥੇ ਪ੍ਰਵੇਸ਼ ਨਹੀਂ ਕਰ ਸਕਦੀਆਂ, ਕਿਉਂਕਿ ਉਹ ਜਿਹੜੀਆਂ ਸ਼ਕਤੀਆਂ ਨੇ ਉਹ ਜੜ ਨੂੰ ਕੰਟਰੋਲ ਕਰਦੀਆਂ ਨੇ।
ਉਹ ਚੇਤਨ ਨੇ, ਚੇਤਨ ਵੀ ਉੱਥੇ ਨਹੀਂ ਜਾਂਦਾ। ਔਰ ਜਦੋਂ ਤੁਸੀਂ ਵੀ ਗਏ ਤੁਸੀਂ ਚੇਤਨ ਨਹੀਂ ਹੋਗੇ, ਅਚੇਤਨ ਹੋ ਕੇ ਉੱਥੇ ਪ੍ਰਵੇਸ਼ ਕਰੋਗੇ। ਹਾਂਜੀ ਨਿੱਜਰ ਸਾਹਿਬ, ਜਿਹਨੇ ਵੀ ਜਾਣਾ ਹੈ ਨਾ ਗੋਰਖੀ ਸਾਹਿਬ, ਉਹਨੂੰ ਮਨੁੱਖ ਸਰੀਰ ਲੈਣਾ ਪਊਗਾ, ਤਾਂ ਹੀ ਇਹ ਆਖਰੀ ਜਿਹੜੀ ਹੈ ਛਲਾਂਗ ਲਗਾ ਸਕਦਾ ਹੈ। ਉਹ ਭਾਵੇਂ ਬ੍ਰਹਮਾ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ। ਹਾਂ, ਉਹਨੂੰ ਜੜ ਚ ਆ ਕੇ ਭਗਤੀ ਕਰਨੀ ਪਊਗੀ। ਉਹ ਫਿਰ ਜਾ ਕੇ ਹੀ ਇਹਦੇ ਥਰੂ ਹੀ ਉਹ ਸ਼ਕਤੀ ਅਨੁਭਵ ਕਰ ਸਕਦੀ ਹੈ। ਇੱਥੋਂ ਤੱਕ ਆ ਜਿਹੜੇ 5 ਤੱਤ ਹੈਗੇ ਨਾ, ਧਰਤੀ, ਪਾਣੀ, ਆਕਾਸ਼, ਪਵਨ ਤੇ ਪ੍ਰਕਾਸ਼, ਜਿਹਨੂੰ ਆਪਾਂ ਸੂਰਜ ਕਹਿ ਲਈਏ, ਅਗਨ ਕਹਿ ਲਈਏ, ਇਹ ਵੀ ਤੱਤ ਉੱਥੇ ਨਹੀਂ ਜਾ ਸਕਦੇ। ਇੱਥੋਂ ਤੱਕ ਕਿ ਉੱਥੇ ਟਾਈਮ ਨਹੀਂ ਹੈਗਾ। ਬਿਲਕੁਲ, ਉੱਥੇ ਤੁਸੀਂ ਸਮਾਧੀ ਲੀਨ ਹੋ ਜਾਂਦੇ ਜੋ। ਜਦੋਂ ਨਿਰਵਿਚਾਰ ਸਮਾਧੀ ਚ ਪ੍ਰਵੇਸ਼ ਹੋ ਕੇ ਤੁਹਾਡੀ ਅੰਤਰਾਕਰਨ ਸ਼ੁਰੂ ਚ ਤੁਹਾਨੂੰ ਬਲੈਕ ਆਊਟ ਹੀ ਹੋ ਜਾਣਾ। ਤੁਹਾਨੂੰ ਪਤਾ ਨਹੀਂ ਲੱਗਣਾ ਤੁਸੀਂ ਕਿੱਥੇ ਚਲੇ ਗਏ। ਤੁਹਾਨੂੰ ਹੋਸ਼ ਜਦੋਂ ਆਉਣੀ ਆ 1 ਘੰਟਾ, 1.5 ਘੰਟਾ, 2 ਘੰਟੇ ਲੰਘ ਗਏ, ਤੁਸੀਂ ਕਿੱਥੇ ਗਏ ਨਹੀਂ ਪਤਾ ਲੱਗਣਾ। ਫਿਰ ਹੌਲੀ ਹੌਲੀ ਤੁਹਾਡੇ ਅੰਦਰ ਕਪੈਸਿਟੀ ਬਿਲਡ ਹੋਣੀ ਹੈ, ਫਿਰ ਤੁਹਾਨੂੰ ਹੋਸ਼ ਰਵੇਗੀ। ਔਰ ਜਿਵੇਂ ਜਿਵੇਂ ਹੋਸ਼ ਆਉਂਦੀ ਜਾਊਗੀ ਉਸ ਦੇ ਨਾਲ ਕੀ ਹੋਊਗਾ ਕਿ ਤੁਹਾਡਾ ਜੀਵਨ ਚੇਂਜ ਹੋਊਗਾ। ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀਆਂ ਚੀਜ਼ਾਂ ਨਾਲ ਮੈਂ ਲੜਦਾ ਸੀ, ਉਹਨਾਂ ਚੀਜ਼ਾਂ ਨੂੰ ਮੈਂ ਦੂਰ ਧੱਕਣਾ ਚਾਹੁੰਦਾ ਸੀ, ਹੁਣ ਮੇਰੇ ਤੋਂ ਆਪਣੇ ਆਪ ਹੀ ਦੂਰ ਹੋ ਰਹੀਆਂ। ਹਾਂਜੀ ਨਿੱਜਰ ਸਰ। ਹਾਂ, ਜਿਹਨੇ ਰਾਮ ਜਾਣਿਆ ਤਿਨੇ ਪਛਾਣਿਆ। ਕਹਿੰਦੇ ਇਹ ਚੀਜ਼ ਐਸੀ ਹੈ ਕਿ ਭਾਈ ਕਿ ਇਹਦਾ ਜਿਹਨੇ ਪ੍ਰੈਕਟੀਕਲ ਕੀਤਾ ਹੈ ਨਾ, ਜਿਹੜਾ ਉਸ ਜਗ੍ਹਾ ਤੇ ਪਹੁੰਚ ਗਿਆ ਉਸੇ ਨੇ ਉਹਨੂੰ ਪਛਾਣਿਆ ਹੈ ਭਾਈ। ਜਿਹੜਾ ਉਸ ਅਵਸਥਾ ਤੇ ਪਹੁੰਚਿਆ ਉਸੇ ਨੇ ਪਛਾਣਿਆ। ਔਰ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਅਵਸਥਾ। ਜਿਉਂ ਗੂੰਗੇ ਸਾਕਰ ਮਨ ਮਾਨਿਆ। ਕਹਿੰਦੇ ਗੂੰਗੇ ਦੀ ਜਿਹੜਾ ਸ਼ੱਕਰ ਦੇ ਨਾਲ ਮਨ ਮੰਨਿਆ ਹੈ, ਗੂੰਗਾ ਕੀ ਬੋਲ ਸਕਦਾ ਹੈ ਭਾਈ? ਉਹ ਤਾਂ ਅਨੁਭਵ ਹੀ ਕਰ ਸਕਦਾ ਹੈ। ਹਾਂਜੀ ਵੀਰ ਜੀ। ਹਾਂ, ਇਸ ਅਵਸਥਾ ਚ ਸ਼ੁਰੂ ਚ ਤੁਸੀਂ ਪ੍ਰਵੇਸ਼ ਕੀਤਾ, ਤੁਹਾਨੂੰ ਏਦਾਂ ਪਤਾ ਲੱਗੂਗਾ ਕਿ ਸੁਰਤੀ ਚੜ ਗਈ ਹੈ। ਚੜ੍ਹਨ ਤੋਂ ਬਾਅਦ ਏਦਾਂ ਲੱਗਦਾ ਕਿ ਕਿਸੇ ਵੱਖਰੇ ਮੰਡਲ ਚ ਮੈਂ ਜਾ ਚੁੱਕਿਆ। ਇਹ ਨਹੀਂ ਹੈਗਾ, ਇਹ ਜਿਹੜਾ ਦ੍ਰਿਸ਼ਟਮਾਨ ਜਗਤ ਆ, ਇਹ ਨਹੀਂ ਜੋ ਹੈਗਾ। ਉਹ ਇੱਕ ਅਨੁਭਵ ਰਹਿਤ ਅਵਸਥਾ ਹੈ। ਔਰ ਉਸ ਅਨੁਭਵ ਰਹਿਤ ਅਵਸਥਾ ਦੇ ਵਿੱਚ ਜਦੋਂ ਸਾਧਕ ਜਾਂਦਾ ਹੈ, ਉਹਦੀ ਸੁਰਤੀ ਹੀ ਜਾ ਸਕਦੀ ਹੈ। ਉੱਥੇ ਮਨ ਨਹੀਂ ਜਾ ਸਕਦਾ, ਉੱਥੇ ਬੁੱਧੀ ਨਹੀਂ ਜਾ ਸਕਦੀ, ਉੱਥੇ ਚਿੱਤ ਨਹੀਂ ਜਾ ਸਕਦਾ, ਉੱਥੇ ਹੰਕਾਰ ਨਹੀਂ ਜਾ ਸਕਦਾ। ਉੱਥੇ ਕੇਵਲ ਤੁਹਾਡਾ ਹੋਣਾ ਪਾ ਹੈਗਾ। ਇੰਨਾ ਬਰੀਕ ਪੜਦਾ ਹੈ, ਮਾੜੀ ਜਿਹੀ ਹੋਸ਼ ਆਈ ਤੁਸੀਂ ਨਾਲ ਹੀ ਬਾਹਰ ਆ ਜਾਣਾ। ਮਤਲਬ ਹੋਸ਼ ਦਾ ਮਤਲਬ ਥੋੜਾ ਜਿਹਾ ਵੀ ਕੁਝ ਵਿਚਾਰ ਹੈ ਜਾਂ ਭੌਤਿਕ ਚੀਜ਼ ਦੀ ਕੋਈ ਵੀ ਤੁਹਾਡੇ ਅੰਦਰ ਤਰੰਗ ਪੈਦਾ ਹੋਈ, ਤੁਹਾਡੀ ਸੁਰਤੀ 1 ਸੈਕਿੰਡ ਚ ਉੱਥੋਂ ਬਾਹਰ ਆ ਜਾਂਦੀ। ਜਦੋਂ ਤੁਸੀਂ ਤਰੰਗ ਰਹਿਤ ਹੋ ਜਾਂਦੇ ਹੋ, ਤੁਹਾਡੀ ਸੁਰਤੀ ਉੱਥੇ ਉਹਦੇ ਚ ਲੀਨ ਹੋ ਜਾਂਦੀ ਹੈ। ਇਹ ਬਾਣੀ ਚ ਵੀ ਲਿਖਿਆ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। जब हम तो ही मोही मोही तो ही अंतर कैसा। हाँ जी, तो ही मोही मोही तो ही अंतर कैसा। जब हम होते तब तू ना। जल तरंग में नहीं, वो जेड़ा हैगा, जब हम होते तब तू नाही, अब तू ही हम नाही। ते वो जल तरंग तो ही मोही मोही तो ही अंतर कैसा। ਜਲਦੀ ਨਿੱਜਰ ਸਾਹਿਬ ਇੰਨਾ ਬਰੀਕ ਪੜਦਾ, ਜਲਦੀ ਤੇ ਤਰੰਗ ਆ ਤੇ ਉਹਨਾਂ ਪੜਦਾ ਜੋ ਜੱਤਾ ਭਾਵ ਲਾ। ਕਹਿਣ ਤੋਂ ਭਾਵ ਹੈ ਕਿ ਜਿਹੜੀ ਨਿਰਵਿਚਾਰ ਅਵਸਥਾ ਹੈ ਨਾ, ਇੱਕ ਛਣ ਚ ਤੁਸੀਂ ਬ੍ਰਹਮ ਚ ਲੀਨ ਹੋ ਜਾਂਦੇ ਜੋ, ਤੇ ਇੱਕ ਛਣ ਚ ਵਿਚਾਰ ਆਉਂਦਾ ਤੁਸੀਂ ਬ੍ਰਹਮ ਤੋਂ ਬਾਹਰ ਆ ਜਾਂਦੇ। ਇੰਨਾ ਬਰੀਕ ਪੜਦਾ ਵਾ ਨਿੱਜਰ ਸਾਹਿਬ, ਤੁਹਾਨੂੰ ਪਤਾ ਹੀ ਉਦੋਂ ਲੱਗਦਾ ਕਿ ਤੁਹਾਡੇ 10-15 ਮਿੰਟ ਖਰਾਬ ਹੋ ਗਏ ਵਿਚਾਰਾਂ ਚ। ਜਦੋਂ ਆਪਾਂ ਉੱਡ ਜਾਂਦੇ ਹਾਂ, ਫਿਰ ਹੋਸ਼ ਆਉਂਦੀ ਆ, ਮੈਂ ਤੇ ਸਾਧਨਾ ਤੇ ਬੈਠਾ, ਫਿਰ ਆਪਾਂ ਵਾਪਸ ਆਉਂਦੇ ਹਾਂ। ਸ਼ੁਰੂ ਚ ਏਦਾਂ ਹੀ ਹੁੰਦਾ। ਅਗਲੀ ਤੋਂ ਬੋਲੋ ਨਿੱਜਰ ਸਾਹਿਬ। ਹਾਂ, ਇਹ ਕਹਿੰਦੇ ਕਿ ਗੂੰਗੇ ਨੇ ਜਦੋਂ ਗੁੜ ਖਾਧਾ ਨਾ, ਉਹਦਾ ਅਨੁਭਵ ਉਹਦੇ ਨਾਲ ਆ। ਇਹ ਬ੍ਰਹਮ ਤੁਹਾਨੂੰ ਮਿਲ ਗਿਆ, ਤੁਸੀਂ ਬ੍ਰਹਮ ਲੀਨ ਹੋ ਗਏ। ਇਹਦੇ ਬਾਰੇ ਤੁਸੀਂ ਕਿਹਨੂੰ ਪ੍ਰੂਫ ਨਹੀਂ ਦੇ ਸਕਦੇ। ਇਹ ਤੁਹਾਡਾ ਹੀ ਅਨੁਭਵ ਆ। ਔਰ ਤੁਸੀਂ ਭਾਵੇਂ ਜੋ ਮਰਜ਼ੀ ਕੋਸ਼ਿਸ਼ ਕਰਕੇ ਵੇਖ ਲਿਓ, ਉਹ ਇਹ ਤੁਹਾਡਾ ਗੂੰਗੇ ਨੇ ਗੁੜ ਖਾਧਾ ਵਾ, ਉਹ ਨਿੱਜੀ ਅਨੁਭਵ ਆ, ਉਹ ਤੁਹਾਡੇ ਨਾਲ ਹੀ ਰਹਿ ਜਾਣਾ। ਆਹ ਦੂਜਿਆਂ ਨੂੰ ਤੁਸੀਂ ਦੱਸ ਸਕਦੇ ਜੋ, ਪਰ ਕਿਸੇ ਨੇ ਮੰਨਣਾ ਨਹੀਂ, ਤੁਹਾਡੇ ਤੇ ਕਹਿਣਾ ਮੰਨਣਾ ਨਹੀਂ। ਇਹ ਆ ਕਿ ਜੇ ਕੋਈ ਚੱਲੂਗਾ, ਤੁਹਾਡਾ ਕਹਿਣਾ ਮੰਨੂਗਾ, ਤਾਂ ਉਹ ਵੀ ਉਸ ਆਨੰਦ ਨੂੰ ਪ੍ਰਾਪਤ ਕਰ ਸਕਦਾ, ਉਸ ਸੁੱਖ ਨੂੰ ਹੰਢਾ ਸਕਦਾ। ਤੇ ਬਾਕੀ ਜੇ ਤੁਸੀਂ ਕਹੋਗੇ ਕਿ ਕੁਛ ਕਰਕੇ, ਕੋਈ ਸ਼ਕਤੀ ਮਾਰ ਕੇ, ਕੁਛ ਏਦਾਂ ਧਰਤੀ ਧੁਰਤੀ ਪਲਟ ਦੋਗੇ, ਕੋਠਾ ਬਣਾ ਦੋਗੇ, ਕਮਰਾ ਬਣਾ ਦੋਗੇ, ਤੇ ਉਹ ਨਹੀਂ ਜੋ ਕੰਮ ਹੋਣਾ। ਠੀਕ ਹੈ ਨਿੱਜਰ ਸਾਹਿਬ। ਹਾਂਜੀ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਦ੍ਰਿੜ ਸੁਖ ਮਨ ਨਾਰੀ ਰਹਾਓ। ਕਹਿੰਦੇ ਆ ਗਿਆਨ ਪਾਏ, ਆ ਗਿਆਨ ਮਾਲਕ ਪਰਮਾਤਮਾ ਦੀ ਦਾਤ ਹੈਗੀ ਆ ਉਸ ਬਨਵਾਰੀ ਦੀ। ਤੇ ਇਸ ਗਿਆਨ ਨੂੰ ਜਿਹੜਾ ਹੈਗਾ ਅਨੁਭਵ ਕਰ। ਐਸਾ ਗਿਆਨ ਕਥੈ ਬਨਵਾਰੀ, ਹੇ ਮੇਰੇ ਮਨਾ, ਇਹ ਸਵਾਸ ਤੈਨੂੰ ਮਿਲੇ ਹੋਇਆ, ਸਰੀਰ ਮਿਲਿਆ ਹੋਇਆ ਹੈ, ਇਸ ਸਟੇਜ ਦੇ ਵਾਸਤੇ ਮਿਲਿਆ, ਇਸ ਕੰਮ ਦੇ ਵਾਸਤੇ ਮਿਲਿਆ। ਇਸ ਕੰਮ ਨੂੰ ਦ੍ਰਿੜ ਕਰ ਲਾ,
ਔਰ ਜਿਹੜਾ ਹੈਗਾ ਆਪਣੇ ਪ੍ਰਾਣ ਜਿਹੜੇ ਹੈਗੇ, ਪ੍ਰਾਣ ਸ਼ਕਤੀ ਜਿਹੜੀ ਹੈਗੀ ਉਹ ਦਸਮ ਦੁਆਰ ਤੇ ਲੈ ਕੇ ਜਾ। ਇੰਦਰੀਆਂ ਦੀ ਪਕੜ ਤੋਂ ਦਸਮ ਦੁਆਰ ਤੇ ਲੈ ਕੇ ਜਾ। ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਔਰ ਈੜਾ ਪਿੰਗਲਾ ਔਰ ਸੁਖਮਨਾ ਜਿਹੜਾ ਹੈਗਾ ਉੱਥੇ ਤ੍ਰਿਵੇਣੀ ਦਾ ਉੱਥੇ ਜਿਹੜਾ ਹੈਗਾ ਸੰਗਮ ਕਰ ਪਾਏ ਬਗੈਰ ਪਾਣੀ ਦੇ। ਰਹਾਓ। ਹਾਂਜੀ ਵੀਰ ਜੀ। ਹਾਂਜੀ, ਇੱਕ ਤੇ ਐਸਾ ਗਿਆਨ ਕਥੇ ਬਨਵਾਰੀ, ਉਹ ਮਾਲਕ ਪਰਮਾਤਮਾ ਉਹਦੀ ਦਾਤ ਆ। ਹਾਂਜੀ ਜੀ ਸਾਹਿਬ ਬੋਲੋ ਦੁਬਾਰਾ। ਮੈਂ ਕਿਹਾ ਇਹ ਗਿਆਨ ਜਿਹੜਾ ਹੈਗਾ ਇਹ ਪ੍ਰੈਕਟੀਕਲ ਗਿਆਨ ਦਾ ਮਤਲਬ ਪ੍ਰੈਕਟੀਕਲ ਆ ਗਿਆਨ। ਕਬੀਰ ਜੀ ਕਹਿੰਦੇ ਆ ਉਹ ਬਨਵਾਰੀ ਮਾਲਕ ਪਰਮਾਤਮਾ ਦੀ ਦਾਤ ਹੈਗੀ ਆ। ਔਰ ਮਨ ਨੂੰ ਕਹਿ ਰਿਹਾ ਵੀ ਪਹੁੰਚ ਉਸ ਜਗ੍ਹਾ ਤੇ। ਮਨ ਰੇ ਪਵਨ, ਤੇਰੇ ਕੋਲ ਸਵਾਸ ਦਿੱਤੇ ਹੋਏ ਆ। ਔਰ ਜਿਹੜਾ ਹੈਗਾ ਦ੍ਰਿੜ ਕਰ ਲਾ। ਇਹ ਜਿਹੜਾ ਸਵਾਸਾਂ ਦੇ ਨਾਲ ਸਾਹ ਅਭਿਆਸ ਕਰਨਾ ਸ਼ੁਰੂ ਕਰ ਦੇ। ਸਵਾਸ ਜਿਹੜੇ ਹੈਗੇ ਇਸੇ ਵਾਸਤੇ ਮਿਲੇ ਹੋਏ ਆ। ਸੁਖਮਨ ਨਾਰੀ, ਦ੍ਰਿੜ ਸੁਖਮਨ ਨਾਰੀ। ਸੁਖਮਨ ਕਹਿੰਦੀ ਸੁਖਮਨਾ ਨਾਰੀ ਜਿਹੜੀ ਹੈਗੀ ਆ ਉਹ ਤੋਂ ਉਸ ਜਗ੍ਹਾ ਤੇ ਕਹਿੰਦੇ ਆ ਉਹ ਆਪਣੇ ਸਵਾਸ ਉੱਪਰ ਲੈ ਕੇ ਜਾ। ਹਾਂਜੀ ਵੀਰ ਜੀ। ਹਾਂ, ਕਹਿੰਦੇ ਮਨ ਰੇ ਪਵਨ ਦ੍ਰਿੜ। ਦ੍ਰਿੜ ਦਾ ਮਤਲਬ ਹੁੰਦਾ, ਪਵਨ ਦਾ ਮਤਲਬ ਹੁੰਦਾ ਸਵਾਸ। ਹੁਣ ਜਦੋਂ ਤੁਸੀਂ ਭਗਤੀ ਕਰਦੇ ਜੋ ਤੇ ਆਪ ਜੀ ਨੇ ਦੇਖਿਆ ਹੋਣਾ, ਖਾਸ ਕਰਕੇ 10-8 ਮਿੰਟਾਂ ਬਾਅਦ ਤੁਹਾਡਾ ਗਲਾ ਘੁੱਟਿਆ ਜਾਂਦਾ। ਇੰਝ ਲੱਗਦਾ ਕਿ ਥੋੜੇ ਜਿਹੇ ਸਾਹ ਰੁਕ ਚੱਲੇ ਆ। ਫਿਰ ਉਸ ਤੋਂ ਬਾਅਦ ਇੱਕਦਮ ਹੀ ਇੰਝ ਲੱਗਦਾ ਜਿੱਦਾਂ ਰੇਡੀਏਟਰ ਤੋਂ ਅੱਗੇ ਜਾਲੀ ਨਹੀਂ ਲਾ ਦੇਈਦੀ, ਜਿੱਦਾਂ ਪੱਖੇ ਤੋਂ ਜਾਂ ਏਸੀ ਤੋਂ ਜਾਲੀ ਹੀ ਲਾ ਦੇਈਦੀ, ਇੱਕਦਮ ਉਹਦੀ ਹਵਾ ਆਉਣ ਲੱਗ ਪੈਂਦੀ। ਉਸ ਤੇ ਫਿਰ ਤੁਹਾਡਾ ਮੂੰਹ ਅੱਗੋਂ ਖੁੱਲ ਜਾਂਦਾ, ਨਾਸਾਂ ਜੀਆਂ, ਤੇ ਉਸ ਟਾਈਮ ਤੇ ਸੁਖਮਨਾ ਐਕਟੀਵੇਟ ਹੋ ਜਾਂਦੀ ਨਿੱਜਰ ਸਾਹਿਬ। ਤੁਹਾਡੀ ਬਰੀਥਿੰਗ ਬਹੁਤ ਲਾਈਟ ਹੋ ਜਾਊਗੀ। ਤੁਸੀਂ ਦੇਖੋਗੇ ਪਹਿਲਾਂ ਆਮ ਸਧਾਰਨ ਤੌਰ ਤੇ ਤੁਸੀਂ ਨਾਸਾਂ ਰਾਹੀਂ ਸਵਾਸ ਲੈਂਦੇ ਜੀ ਨਾ, ਤੇ ਥੋੜੇ ਜਿਹੇ ਸਵੈਸ ਨਾ ਇੱਕ ਨਾਸਕਾ ਖੁੱਲੀ ਹੁੰਦੀ, ਇੱਕ ਟੈਟ ਜੀ ਹੁੰਦੀ ਆ, ਥੋੜੀ ਜਿਹੀ ਉਤੋਂ ਬਰੀਥਿੰਗ ਲੈਸ ਹੁੰਦੀ ਆ। ਇਹ ਨਾਸਕਾ ਚੱਲਦੀ ਰਹਿੰਦੀ ਆ, ਕਿਤੇ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ। ਕਦੇ ਸੁਖਮਨਾ ਚੱਲਦੀ ਆ ਤੇ ਕਿਤੇ ਈੜਾ ਚੱਲਦੀ ਆ ਤੇ ਕਿਤੇ ਪਿੰਗਲਾ ਚੱਲਦੀ ਆ। ਈੜਾ ਜਿਹੜੀ ਨਾੜੀ ਹੈਗੀ ਆ ਉਹ ਹੈਗੀ ਤੁਹਾਡੀ ਸੱਜੀ ਨਾਸਕਾ, ਸੌਰੀ ਖੱਬੀ ਨਾਸਕਾ ਜਿਹੜੀ ਹੈਗੀ ਉਹ ਪਿੰਗਲਾ ਵਾ, ਤੇ ਈੜਾ ਹੈਗੀ ਸੱਜੀ। ਤੇ ਸੱਜੀ ਵੱਖੀ ਚ ਪਿੰਗਲਾ ਹੈਗੀ ਆ ਤੇ ਖੱਬੀ ਵੱਖੀ ਤੇ ਈੜਾ ਹੈਗੀ ਆ, ਉੱਤੋਂ ਕ੍ਰਾਸ ਹੋ ਜਾਂਦੀਆਂ। ਜਦੋਂ ਇਕੱਠੀਆਂ ਚੱਲਦੀਆਂ ਨੇ ਤੇ ਫਿਰ ਸੁਖਮਨਾ ਚੱਲ ਪੈਂਦੀ ਆ। ਸੁਖਮਨਾ ਦਾ ਮਤਲਬ ਕਿ ਉਸ ਅਵਸਥਾ ਦੇ ਵਿੱਚ ਮਨ ਨੂੰ ਇਕਾਗਰ ਕਰਨਾ ਬਹੁਤ ਈਜ਼ੀ ਹੁੰਦਾ। ਤੇ ਇਹ ਸਾਰੀ ਜਿਹੜੀ ਅੰਦਰ ਦੀ ਕਿਰਿਆ ਹੈ, ਜਦੋਂ ਆਪਾਂ ਸਾਧਨਾ ਕਰਦੇ ਹਾਂ, ਇਹ ਕੁਦਰਤੀ ਤੌਰ ਤੇ ਜਦੋਂ ਤੁਸੀਂ ਭਗਤੀ ਕਰਦੇ ਹੋ ਨਾ ਤੇ ਆਟੋਮੈਟਿਕਲੀ ਹੀ ਤੁਹਾਡੇ ਜਿਹੜੇ ਨਾਸਕਾਂ ਨੇ ਉਹ ਸਮ ਹੋ ਜਾਂਦੀਆਂ ਨੇ ਨਿੱਜਰ ਸਾਹਿਬ। ਬਿਲਕੁਲ ਹੋ ਜਾਂਦੀਆਂ, ਬਿਲਕੁਲ। ਔਰ ਸਵਾਸ ਵੀ ਹੌਲੇ ਹੋ ਜਾਂਦੇ ਆ ਔਰ ਥੋੜਾ ਜਿਹਾ ਲੱਗਦਾ ਹੈ ਜਿਸ ਤਰ੍ਹਾਂ ਸਾਹ ਜਿਹਾ ਘੁੱਟਦਾ ਹੈ, ਪਰ ਦਮ ਜਿਹਾ ਜਿਸ ਤਰ੍ਹਾਂ ਲੱਗਦਾ ਵੀ ਸਾਹ ਮੇਰਾ ਬੰਦ ਹੋ ਚੱਲਿਆ, ਪਰ ਉਹ ਹੁੰਦਾ ਨਹੀਂ ਹੈ। ਹਾਂ, ਬੰਦ ਹੋ ਚੱਲਿਆ ਤੇ ਉਹ ਕੁਦਰਤੀ ਤੌਰ ਤੇ ਨਿੱਜਰ ਸਾਹਿਬ ਮੁੜ ਕੇ ਆਪਣੇ ਆਪ ਹੀ ਖੁੱਲ ਜਾਂਦਾ। ਹਾਂਜੀ, ਅੱਗੇ ਚਲੀਏ। ਰਹਾਓ। ਸੋ ਗੁਰ ਕਰੋ ਜੇ ਬੋਹਰ ਨਾ ਕਰਨਾ। ਕਹਿੰਦੇ ਦੇਖ ਐਸਾ ਗੁਰੂ ਕਰ ਲਾ ਪਿਆਰਿਆ ਕਿ ਸ਼ਿਫਟ ਨਾ ਹੋਣਾ ਪਏ ਤੈਨੂੰ। ਜਿਹੜਾ ਹੈਗਾ ਪੂਰਨ ਗੁਰੂ ਕਰ ਲਾ, ਪਹਿਲਾਂ ਹੀ ਸੋਚ ਸਮਝ ਕੇ ਕਰ ਲਾ। ਸੋ ਗੁਰ ਕਰੋ ਜੇ ਬੋਹਰ ਨਾ ਕਰਨਾ, ਸੋ ਪਦ ਰਵੋ ਜੇ ਬੋਹਰ ਨਾ ਰਵਣਾ। ਉਸ ਜਗ੍ਹਾ ਤੇ ਪਹੁੰਚ, ਉਸ ਸਟੇਜ ਤੇ ਪਹੁੰਚ ਤੇ ਦੁਬਾਰਾ ਜਿਹੜਾ ਇਹ ਸਟੇਜ ਤੋਂ ਸ਼ਿਫਟ ਨਾ ਕਰਨਾ ਪਏ। ਜਿਵੇਂ ਜਿਹੜਾ ਹੈਗਾ ਉਹ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਹੈਗੇ ਉਹਨਾਂ ਨੇ ਇਹ ਕਾਲੀ ਦੀ ਉਪਾਸਨਾ ਕਰਦੇ ਸੀ ਨਾ, ਉਹ ਜਿਹੜੇ ਹੈਗੇ ਇੱਕ ਬੰਗਾਲ ਦੇ ਸੀਗੇ, ਉਹਨਾਂ ਨੂੰ ਫਿਰ ਕਾਲੀ ਨੂੰ ਜਿਹੜਾ ਹੈਗਾ ਕੱਟਣਾ ਪੈ ਗਿਆ ਸੀਗਾ। ਇਹਨਾਂ ਦੇ ਵਿਵੇਕਾਨੰਦ ਦੇ ਗੁਰੂ ਸੀਗੇ ਜਿਹੜੇ ਸਵਾਮੀ, ਕੀ ਨਾਮ ਸੀ ਉਹਨਾਂ ਦਾ, ਰਾਮ ਕ੍ਰਿਸ਼ਨ ਪਰਮਹੰਸ। ਉਹਨਾਂ ਨੂੰ ਕਾਲੀ ਦੀ ਉਪਾਸਨਾ ਕਰਦੇ ਸੀ। ਕਹਿੰਦੇ ਪਹਿਲਾਂ ਹੀ ਉਸ ਜਗ੍ਹਾ ਤੇ, ਉਸ ਪਦ ਤੇ, ਉਸ ਮਾਲਕ ਪਰਮਾਤਮਾ ਦੀ ਉਪਾਸਨਾ ਕਰ ਕਿ ਦੁਬਾਰਾ ਜਿਹੜਾ ਹੈਗਾ ਉਹ ਪਦ ਉਸ ਤੋਂ ਉਹਨੂੰ ਛੱਡ ਕੇ ਹੋਰ ਉੱਪਰ ਨਾ ਜਾਣਾ ਪਏ, ਜਾਂ ਉਸ ਨੂੰ ਛੱਡ ਕੇ ਹੋਰ ਦੂਸਰੀ ਜਗ੍ਹਾ ਸ਼ਿਫਟ ਨਾ ਹੋਣਾ ਪਏ। ਸੋ ਪਦ ਰਵੋ ਜੇ ਬੋਹਰ ਨਾ ਰਵਣਾ, ਸੋ ਧਿਆਨ ਧਰੋ ਜੇ ਬੋਹਰ ਨਾ ਧਰਨਾ। ਐਸਾ ਧਿਆਨ ਧਰ ਉਸ ਮਾਲਕ ਪਰਮਾਤਮਾ ਦਾ ਕਿ ਦੁਬਾਰਾ ਫਿਰ ਇਹ ਧਿਆਨ ਧਰਨ ਦੀ ਲੋੜ ਹੀ ਨਾ ਪਏ ਹੋਰ ਕਿਸੇ ਤੇ। ਐਸੇ ਮਰੋ ਜੇ ਬੋਹਰ ਨਾ ਮਰਨਾ। ਕਹਿੰਦੇ ਐਸੇ ਮਰੋ, ਇਹ ਦੁਨੀਆ ਤੋਂ, ਪਦਾਰਥਾਂ ਤੋਂ ਮਾਇਆ ਜਿਹੜੀ ਮਾਲਕ ਪਰਮਾਤਮਾ ਨੇ ਪਾਈ ਹੋਈ ਆ, ਕਿ ਦੁਬਾਰਾ ਜਿਹੜਾ ਹੈਗਾ ਆਪਾਂ ਨੂੰ ਮਨੁੱਖ ਸਰੀਰ ਕਹਿ ਲਓ ਜਾਂ ਜੂਨਾ ਕਹਿ ਲਓ, ਉਹਦੇ ਵਿੱਚ ਦੁਬਾਰਾ ਆਪਾਂ ਨੂੰ ਜਨਮ ਮਰਨ ਦੇ ਗੇੜੇ ਦੇ ਵਿੱਚ ਨਾ ਆਉਣਾ ਪਏ। ਐਸਾ ਮਰਨ ਮਰੋ, ਇਹ ਪਦਾਰਥਾਂ ਤੋਂ ਆਪਣੇ ਆਪ ਨੂੰ ਉੱਪਰ ਚੱਕੋ।
ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਉਹ ਸਾਨੂੰ ਕਹਿੰਦੇ ਨੇ ਕਿ ਜਦੋਂ ਤੁਸੀਂ ਪਹਿਲਾਂ ਵਸਤ ਪਛਾਣ ਲਓ, ਹਾਂ, ਆਪਣੀ ਤਸੱਲੀ ਕਰੋ। ਇਹ ਨਹੀਂ ਕਿ ਕਿਤੇ ਐਨੂੰ ਭੱਜ ਗਏ, ਫਿਰ ਕਿਤੇ ਐਨੂੰ ਭੱਜ ਗਏ, ਫਿਰ ਕਿਤੇ ਅੱਗੇ ਨੂੰ ਭੱਜ ਗਏ, ਕਿਤੇ ਪਿੱਛੇ ਨੂੰ ਭੱਜ ਗਏ। ਇੱਕ ਡਿਸੀਜਨ ਬਣਾਓ, ਆਪਣਾ ਮਨ ਜਿੱਥੇ ਤੁਹਾਡਾ ਵੱਜਦਾ ਉੱਥੇ ਸ਼ਾਂਤ ਹੋ ਕੇ ਬਹਿ ਜਾਓ। ਪਹਿਲੀ ਗੱਲ ਤੇ ਇਹ ਕਹਿੰਦੇ, ਠੀਕ ਹੈ। ਫਿਰ ਉਹ ਕਹਿੰਦੇ ਆ ਕਿ ਜਦੋਂ ਆਪਾਂ ਮਨ ਆਪਣਾ ਸ਼ਾਂਤ ਹੋ ਗਿਆ, ਕਿਉਂਕਿ ਪਤਾ ਕੀ ਹੁੰਦਾ ਵਾ, ਦੇਖੋ ਇਹਦੇ ਵਿੱਚ ਇਹ ਹੁੰਦਾ ਵਾ ਕਿ ਮਸਕੀਨ ਸਾਹਿਬ ਜੀ ਦੀ ਮੈਨੂੰ ਗੱਲ ਅਜੇ ਵੀ ਚੇਤੇ ਆਉਂਦੀ ਹੈ। ਉਹ ਕਹਿੰਦੇ ਆ ਕਿ ਹੁਣ ਜਦੋਂ 100 ਫੁੱਟ ਤੇ ਪਾਣੀ ਆ ਤੇ 100 ਫੁੱਟ ਹੀ ਟੋਆ ਪੁੱਟਣਾ ਪੈਣਾ। ਹੁਣ ਇੱਥੇ 20 ਫੁੱਟ ਟੋਆ ਪੁੱਟਿਆ, ਉੱਥੇ 30 ਫੁੱਟ ਟੋਆ ਪੁੱਟਿਆ, ਉੱਥੇ 40 ਫੁੱਟ ਟੋਆ ਪੁੱਟਿਆ, ਉੱਥੇ 50 ਫੁੱਟ 95 ਫੁੱਟ ਵੀ ਪੁੱਟ ਕੇ ਛੱਡਦਾ ਤੇ ਤਾਂ ਵੀ ਪਾਣੀ ਪ੍ਰਾਪਤ ਨਹੀਂ ਹੋਣਾ। ਬਿਲਕੁਲ। ਜਦੋਂ ਪਾਣੀ ਹੈ ਹੀ 100 ਫੁੱਟ ਤੇ ਆ, ਤੇ ਇਹ ਡਿਸੀਜਨ ਤੁਸੀਂ ਆਪ ਆਪਣਾ ਲੈਣਾ ਹੈ। ਇਹ ਸਾਨੂੰ ਪੱਕਿਆ ਕਰਨਾ ਚਾਹੁੰਦੇ ਆ ਕਿ ਪਹਿਲਾਂ ਆਪਣੇ ਮਨ ਦੀ ਤਸੱਲੀ ਕਰੋ, ਉਸ ਤੋਂ ਬਾਅਦ ਫਿਰ ਚੱਲ ਪਵੋ। ਫਿਰ ਇਹ ਨਹੀਂ ਕਿ ਕਿਤੇ ਹੁਣ ਮੈਂ ਤੁਹਾਨੂੰ ਖਾਸ ਕਰਕੇ ਮਨਾ ਵੀ ਕਰਦਾ ਵਾਂ ਕਿ ਜਦੋਂ ਤੁਸੀਂ ਭਗਤ ਹੋ ਗਏ ਜੋ, ਤੁਸੀਂ ਸਾਧਕ ਹੋ ਗਏ ਜੋ, ਬ੍ਰਹਮ ਦੀ ਭਗਤੀ ਕਰਦੇ ਜੋ, ਤੇ ਇੱਧਰ ਉੱਧਰ ਨਾ ਭਟਕੋ। ਜੇ ਤੁਸੀਂ ਇੱਧਰ ਉੱਧਰ ਗਏ ਵੀ ਨਾ ਤੇ ਨਿਜਰ ਸਾਹਿਬ ਸਾਧਨਾ ਰੁਕ ਜਾਣੀ ਹੈ। ਇਹ ਸੱਚ ਹੈ। ਨਹੀਂ, ਜਦ ਆਪਾਂ ਗੋਰਖੀ ਸਾਹਿਬ ਭਗਤੀ ਮਾਲਕ ਪਰਮਾਤਮਾ ਦੀ ਕਰ ਰਹੇ ਹਾਂ ਤੇ ਇੱਧਰ ਉੱਧਰ ਜਾਣ ਦੀ ਲੋੜ ਕੀ ਆ ਆਪਾਂ ਨੂੰ? ਪਰ ਨਿਜਰ ਸਾਹਿਬ ਜਿਹੜੇ ਬੰਦੇ ਜਾਂਦੇ ਉਹ ਰਹਿ ਜਾਂਦੇ ਜੀ, ਇਹ ਗਰੰਟੀ ਆ। ਬਿਲਕੁਲ। ਇੱਕ ਗੱਲ ਯਾਦ ਰੱਖਣੀ, ਜਿਹੜਾ ਬੰਦਾ ਇੱਧਰ ਉੱਧਰ ਭਟਕਦਾ ਫਿਰਦਾ ਨਾ, ਉਹ ਬੰਦਾ ਕਿਤੇ ਨਹੀਂ ਪਹੁੰਚਦਾ। ਕਿਉਂਕਿ ਪੱਲਾ ਇੱਕ ਹੀ ਫੜਨਾ ਪੈਣਾ ਵਾ। ਤੇ ਜੇ ਇੱਧਰ ਉੱਧਰ ਭੱਜਦੇ ਫਿਰਦੇ ਆ ਤੇ ਤੁਸੀਂ ਕੋਸ਼ਿਸ਼ ਕਰਕੇ ਵੇਖ, 10-20 ਸਾਲ ਤੁਹਾਡੇ ਲੰਘ ਜਾਣੇ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਪੱਲਾ ਜਦੋਂ ਬ੍ਰਹਮ ਦਾ ਫੜ ਲਿਆ, ਉਸ ਤੋਂ ਬਾਅਦ ਪਾਰ ਬ੍ਰਹਮ ਦਾ, ਉਸ ਤੋਂ ਬਾਅਦ ਫਿਰ ਆਪਣਾ ਨਾ, ਫਿਰ ਡਰਨਾ ਨਹੀਂ, ਘਬਰਾਉਣਾ ਨਹੀਂ, ਸ਼ਾਂਤੀ ਨਾਲ ਭਗਤੀ ਕਰਦੇ ਹੀ ਜਾਣਾ, ਕਰਦੇ ਹੀ ਜਾਣਾ, ਆਪੇ ਆ ਜਾਏਗਾ। ਪਰ ਜਦੋਂ ਆਪਾਂ ਇੱਧਰ ਉੱਧਰ ਭੱਜੇ ਫਿਰਦੇ ਹਾਂ ਤੇ ਫਿਰ ਉਹ ਸਾਨੂੰ ਮਾਰਗ ਤੋਂ ਭਟਕਾ ਦਿੰਦੀ ਹੈ ਚੀਜ਼, ਨਾਲੇ ਸਫ਼ਰ ਪੂਰਾ ਨਹੀਂ ਹੁੰਦਾ। ਹਾਂ, ਨਾਲੇ ਗੋਰਖੀ ਸਾਹਿਬ ਦੇਖੋ, ਆਪਾਂ ਤਾਂ ਇੱਕ ਚੀਜ਼ ਜਾਣਦੇ ਹਾਂ ਬਈ, ਜਦ ਤੁਸੀਂ ਆਪਾਂ ਪ੍ਰੈਕਟੀਕਲ ਕਰ ਰਹੇ ਹਾਂ ਔਰ ਆਪਾਂ ਨੂੰ ਜਿਹੜਾ ਹੈਗਾ ਪ੍ਰੈਕਟੀਕਲ ਕਰਦੇ ਕਰਦੇ ਆਪਾਂ ਨੂੰ ਜਿਹੜਾ ਹੈਗਾ ਉਚਾਈ ਮਿਲ ਰਹੀ ਆ, ਆਪਣੇ ਅੰਦਰ ਜਿਹੜੀ ਚੇਂਜਸ ਆ ਰਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟ ਰਿਹਾ ਹੈ, ਸ਼ਾਂਤੀ ਆ ਰਹੀ ਆ, ਸਾਰਿਆਂ ਦੇ ਵਿੱਚ ਸਮ ਦ੍ਰਿਸ਼ਟੀ ਹੋ ਰਹੇ ਆ ਆਪਾਂ, ਤੇ ਫਿਰ ਕਾਹਦੇ ਵਾਸਤੇ ਜਿਹੜਾ ਹੈਗਾ ਆਪਾਂ ਜਿਹੜਾ ਹੈਗੇ ਇੱਧਰ ਉੱਧਰ ਜਾਵਾਂਗੇ ਭਾਈ? ਕਾਹਦੇ ਵਾਸਤੇ? ਨਿੱਜਰ ਸਾਹਿਬ ਕਈ ਸੰਗਤਾਂ ਹੈਗੀਆਂ ਨੇ ਆਪਣੇ ਗਰੁੱਪ 'ਚ ਵੀ, ਉਹ ਵੀ ਇੱਧਰੋਂ ਘੁੰਮਦੇ ਫਿਰਦੇ ਰਹਿੰਦੇ ਆ। ਉਹਨਾਂ ਲਈ ਆਪਾਂ ਖਾਸ ਕਰਕੇ ਮੈਂ ਕਥਾ ਕਹਿ ਰਿਹਾ ਵਾਂ ਕਿ ਉਹਨਾਂ ਦੀ ਜਿਹੜੀ ਦੁਵਿਧਾ ਹੈ ਨਾ, ਉਹ ਖਤਮ ਨਹੀਂ ਹੋਣੀ। ਮਨ ਦੀ ਦੁਵਿਧਾ ਕੀ ਹੈ? ਮਨ ਬਹੁਤ ਸ਼ਰਾਰਤੀ ਹੈ ਨਿੱਜਰ ਸਾਹਿਬ, ਬੰਦੇ ਨੂੰ ਭਟਕਾ ਦਿੰਦਾ ਵਾ। ਬਿਲਕੁਲ ਸਹੀ ਗੱਲ ਹੈ ਗੁਰਦਿੱਤਾ ਸਾਹਿਬ, ਬਿਲਕੁਲ ਹੈ। ਮੈਂ ਨਾ ਬੜੇ ਬੜੇ ਤਗੜੇ ਸੰਤ ਵੇਖੇ, ਤੇ ਸੰਤੀ ਕਹਿੰਦੇ ਨੇ ਆਪਣੇ ਆਪ ਨੂੰ, ਤੇ ਮੈਂ ਵੇਖਿਆ ਡੁੱਬ ਜਾਂਦੇ ਨੇ। ਬੜੀ ਦੂਰ ਜਾ ਕੇ ਕਿਨਾਰੇ ਤੇ ਪਹੁੰਚ ਕੇ ਉੱਥੇ ਹੀ ਵਾਪਸ ਆ ਜਾਂਦੇ, ਫਿਰ ਦੂਜੀ ਕਿਸ਼ਤੀ ਚੜ ਜਾਂਦੇ। ਫਿਰ ਉੱਥੇ ਵੀ ਮਨ ਤਸੱਲੀ ਨਹੀਂ ਹੁੰਦੀ, ਫਿਰ 15-20 ਦਿਨਾਂ ਬਾਅਦ, ਸਾਲ 6 ਮਹੀਨੇ ਬਾਅਦ ਤੀਜੀ ਤੇ ਚੜ ਜਾਂਦੇ ਆ। ਇਹ ਮਨ ਉਹਨਾਂ ਨੂੰ ਚਲਾਕੀਆਂ ਕਰਦਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵਿਚਾਰਿਆਂ ਨੂੰ। ਮਨ ਬਹੁਤ ਹਾਂਜੀ, ਤੇ ਠੀਕ ਹੈ ਜੀ। ਬਿਲਕੁਲ ਮੇਰੀ ਵੀਡੀਓ ਲੇਕਿन हमारे एक्सप्लेन करेंगे, मेरे इधर उधर ਜਿਹੜਾ ਕਹਿ ਰਹੇ ਮੈਂ एक्सप्लेन कर दूंगा हमारी वीडियो। ਹਾਂਜੀ, ਬੰਦ ਕਰ ਦਿਓ ਮਾਈਕ ਤੁਹਾਡਾ, ਮਾਈਕ ਦੀ ਮੈਂ ਕਰ ਲਾਂ। ਇੱਧਰ ਉੱਧਰ ਦਾ ਮਤਲਬ ਹੁੰਦਾ ਭਾਜੀ, ਜਦੋਂ ਆਪਾਂ ਬ੍ਰਹਮ ਦੀ ਭਗਤੀ ਕਰਦੇ ਹਾਂ ਤੇ ਕਈ ਲੋਕ ਨਾ ਇੱਧਰ ਉੱਧਰ ਥਾਂ ਤੇ, ਜਿੱਦਾਂ ਮਤਲਬ ਹੋਰ ਜਿੱਦਾਂ ਡੇਰਾਵਾਦ ਵਗੈਰਾ, ਜਦੋਂ ਆਪਾਂ ਦੇਹਧਾਰੀਆਂ ਕੋ ਜਾਂਦੇ ਹਾਂ ਤੇ ਉਹਦੇ ਨਾਲ ਫਿਰ ਆਪਾਂ ਨੂੰ ਪ੍ਰੋਬਲਮ ਹੁੰਦੀ। ਮੈਂ ਸਿੱਧੀ ਗੱਲ ਇਹ ਕਹਿੰਦਾ, ਕਿਸੇ ਨੂੰ ਵੀ ਤੁਸੀਂ ਮੂਰਤੀ ਕੋ ਨਹੀਂ ਜਾ ਸਕਦੇ, ਕਿਸੇ ਬੰਦੇ ਕੋ ਨਹੀਂ ਜਾ ਸਕਦੇ। ਤੁਸੀਂ ਜਦੋਂ ਬ੍ਰਹਮ ਦੀ ਭਗਤੀ ਕਰਦੇ ਜੋ ਤੇ ਤੁਹਾਡਾ ਕਨੈਕਸ਼ਨ ਬ੍ਰਹਮ ਦੇ ਨਾਲ ਹੁੰਦਾ ਹੈ। ਜਦੋਂ ਤੁਸੀਂ ਕਿਸੇ ਬੰਦੇ ਨੂੰ ਵਿੱਚ ਪਾ ਦਿੰਦੇ ਜੋ ਨਾ ਬ੍ਰਹਮ ਦੇ ਵਿਚਕਾਰ, ਤੇ ਜੇ ਬੰਦੇ 'ਚ ਸਪਾਰਕ ਨਹੀਂ ਹੈਗੀ ਆ, ਤੇ ਜੇ ਬੰਦਾ ਤੁਹਾਨੂੰ ਹੁਣ ਕਿੱਦਾਂ ਦਾ ਬੰਦਾ ਵਾ, ਇਸ ਲਈ ਇਹ ਕਹਿੰਦਾ ਵਾ ਕਿ ਸਾਧਨਾ ਕਰੋ ਤੇ ਡਾਇਰੈਕਟ ਕਰੋ, ਨਾ ਵਿੱਚ ਕਿਸੇ ਨੂੰ ਪਾਓ। ਕਿਉਂਕਿ ਇਹ ਗੱਲ ਪਾਉਣ ਦੀ ਨਹੀਂ ਹੈਗੀ, ਇਹ ਬੜੀ ਵੱਡੀ ਇੱਕ ਭਰਮ ਆ। ਇਹ ਇਸੇ ਲਈ ਖਾਸ ਕਰਕੇ ਕਹਿੰਦਾ ਹੈ ਕਿ ਜਿਹੜਾ ਬੰਦਾ ਮਤਲਬ ਤੁਸੀਂ ਕਿਸੇ ਨੂੰ ਜਿਹੜਾ ਬ੍ਰਹਮ ਦੀ ਜਗ੍ਹਾ ਵਿੱਚ ਲੈ ਕੇ ਆਉਂਦੇ ਜੋ ਨਾ ਕਿਸੇ ਬੰਦੇ ਨੂੰ, ਤੇ ਉਹ ਤੁਹਾਡੀ ਗਤੀ ਰੁਕ ਜਾਣੀ ਉਹਦੇ ਨਾਲ। ਤੁਸੀਂ ਇੱਕ ਲੈਵਲ ਆਊਗਾ, ਤੁਸੀਂ ਰੁਕ ਜਾਓਗੇ, ਉਸ ਤੋਂ ਗਾਹ ਨਹੀਂ ਜਾ ਸਕਦੇ। ਕਿਉਂਕਿ ਇਹ ਬ੍ਰਹਮ ਨੂੰ ਡਾਇਰੈਕਟ ਹੀ ਭਗਤੀ ਕਰਨੀ ਪੈਂਦੀ ਹੈ, ਇਹਦੇ ਵਿੱਚ ਕਿਸੇ ਨੂੰ ਪਾਉਣਾ ਨਹੀਂ ਪੈਂਦਾ। ਆਹ ਕਬੀਰ ਜੀ ਨੂੰ ਪੁੱਛ ਲਓ, ਤੁਸੀਂ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖ ਲਓ, ਉਹ A to Z ਰਿਜੈਕਟ ਕਰਦੇ ਪਏ। ਉਹਨਾਂ ਨੂੰ ਪਤਾ ਵਾ ਕਿ ਜਿਹਨੂੰ ਤੁਸੀਂ ਸਮਝਦੇ ਪਏ ਜੋ ਨਾ ਕਿ ਤੁਹਾਡਾ ਕੋਈ ਕਨੈਕਸ਼ਨ ਜੋੜ ਦੂਗਾ, ਜੋੜਨਾ ਕਿਸੇ ਨੇ ਨਹੀਂ ਹੈਗਾ ਕਨੈਕਸ਼ਨ ਉੱਤੇ। ਭਗਤੀ ਤੁਹਾਨੂੰ ਹੀ ਕਰਨੀ ਪੈਣੀ ਆ। ਹਾਂ, ਇਹ ਕਿ ਥੋੜੀ ਬਹੁਤੀ ਗਾਈਡੈਂਸ ਕਰ ਦੇਣਗੇ। ਜਿੱਦਾਂ ਆਪਾਂ ਸੋਚਦੇ ਹਾਂ ਕਿ ਬਾਬਾ ਜੀ ਅਸੀਂ ਤੁਹਾਡੇ ਕੋਲ ਆ ਗਏ, ਤੁਸੀਂ ਸਾਨੂੰ ਪ੍ਰਮਾਤਮਾ ਨਾਲ ਮਿਲਾ ਦਿਓ, ਚਲੋ ਉਹ ਗੱਲ ਵੱਖਰੀ ਆ।
ਉਹ ਜਿਹੜਾ ਸੰਸਾਰਿਕ ਬੰਦਾ ਏਦਾਂ ਹੀ ਕਰਦਾ, ਪਰ ਜੇ ਸਾਧਕ ਏਦਾਂ ਕਰੇ ਉਹਦੇ ਲਈ ਚੰਗੀ ਨਹੀਂ ਹੈ ਚੀਜ਼। ਹਾਂਜੀ ਨਿੱਜਾ ਸਾਹਿਬ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਵਣਾ। ਕਹਿੰਦੇ ਇੱਕ ਵਾਰੀ ਡਿਸੀਜਨ ਲੈ ਲਓ ਭਾਈ, ਇੱਕ ਵਾਰੀ ਜਿਹੜਾ ਹੈਗਾ ਔਰ ਸ਼ਿਫਟ ਨਾ ਕਰਨਾ ਪਏ ਤੁਹਾਨੂੰ ਜਿਹੜਾ ਹੈਗਾ, ਔਰ ਉਸ ਪਦ ਤੇ ਰਵੋ। ਉਸ ਪਦ ਤੇ ਉਹ ਟੀਚਾ ਤੁਹਾਡਾ ਹੋਣਾ ਚਾਹੀਦਾ, ਸਭ ਤੋਂ ਉੱਚਾ ਪਦ ਪਾਏ, ਚੌਥਾ ਪਦ, ਕਿ ਦੁਬਾਰਾ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਉੱਥੋਂ ਸ਼ਿਫਟ ਨਾ ਕਰਨਾ ਪਏ। ਜਿਵੇਂ ਉਹ ਸਾਧ ਸੰਗਤ ਜੀ ਬਾਣੀ ਤੇ ਉਹ ਕਹਿੰਦੀ ਆ ਕਿ ਜਿੱਦਾਂ ਮਤਲਬ ਕਈ ਬੰਦੇ ਹੁੰਦੇ ਆ ਉਹ ਭਟਕਦੇ ਰਹਿੰਦੇ ਆ, 2-4 ਮਹੀਨੇ ਇੱਥੇ ਲਾ ਲਏ, 2-4 ਮਹੀਨੇ ਉੱਥੇ ਲਾ ਲਏ। ਇਹ ਮਨ ਦਾ ਸੁਭਾਅ ਹੁੰਦਾ ਵਾ, ਮਨ ਬਹੁਤ ਚੰਚਲ ਹੈ, ਕਿਸੇ ਰੂਪ 'ਚ ਵੀ ਪ੍ਰਗਟ ਹੋ ਜਾਂਦਾ ਔਰ ਬੰਦੇ ਨੂੰ ਏਦਾਂ ਹੀ ਕਲਪਾਉਂਦਾ ਰਹਿੰਦਾ, ਲਈ ਫਿਰਦਾ। ਤੇ ਇਸ ਕਰਕੇ ਜਦੋਂ ਵੀ ਇੱਕ ਥਾਂ ਮਨ ਤਸੱਲੀ ਹੋ ਗਈ ਹੈ, ਤੁਹਾਡਾ ਜੀਵਨ ਸੈੱਟ ਚੱਲਣ ਡਿਆ ਪਿਆ ਵਾ। ਜੀਵਨ ਸੈੱਟ ਦਾ ਮਤਲਬ ਇਹ ਹੋਈ ਕਿ ਅਧਿਆਤਮਿਕ ਸੰਸਾਰਿਕ ਦੇ ਤੇ ਚੱਲਦਾ ਰਹਿਣਾ ਵਾ। ਹੁਣ ਇਹ ਤੇ ਤੁਹਾਡਾ ਪਿਛਲਾ ਜਨਮ ਦਾ ਕਿੱਦਾਂ ਦਾ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕੀਤਾ, ਉਹਦਾ ਤੁਸੀਂ ਫਲ ਪ੍ਰਾਪਤ ਕਰ ਰਹੇ ਹੋ। ਜੇ ਤੁਸੀਂ ਮਿਹਨਤ ਕੀਤੀ ਹੈ ਤੇ ਇਸ ਟਾਈਮ ਤੁਹਾਡੇ ਜੀਵਨ 'ਚ ਸੁੱਖ ਹੋਊਗਾ। ਜੇ ਤੁਸੀਂ ਪਹਿਲਾਂ ਕੋਈ ਮਿਹਨਤ ਨਹੀਂ ਕੀਤੀ, ਕੋਈ ਘਾਲਣਾ ਨਹੀਂ ਕੀਤੀ, ਹੁਣ ਇੱਕਦਮ ਕਿੱਥੋਂ ਪੈਸਾ ਆ ਜੇ? ਰਾਈਟ ਤੇਜਾ ਸਾਹਿਬ? ਬਿਲਕੁਲ। ਹੁਣ ਮੈਂ ਕੁਛ ਕਰਦਾ ਪਿਆ ਵਾਂ ਤੇ ਉਹਦਾ ਕੁਝ ਮੈਨੂੰ ਫਾਇਦਾ ਹੋਣਾ ਵਾ ਤੇ ਕੁਝ ਮੈਨੂੰ ਅੱਗੇ ਚੱਲ ਕੇ ਹੋਣਾ। ਸੋ ਇਹ ਸੰਸਾਰਿਕ ਜੀਵਨ ਤੇ ਏਦਾਂ ਚੱਲਦਾ। ਅਧਿਆਤਮਿਕ ਜਿਹੜਾ ਜੀਵਨ ਹੈ ਉਹਦੇ ਲਈ ਵੀ ਮਿਹਨਤ ਕਰਨੀ ਪੈਂਦੀ ਆ, ਤੇ ਉਹ ਮਿਹਨਤ ਵੀ ਵਿਚਾਰ ਕਰਕੇ ਇੱਕ ਜਗ੍ਹਾ ਸ਼ਾਂਤ ਹੋ ਕੇ ਬਹਿ ਕੇ ਕਰਨੀ ਚਾਹੀਦੀ ਆ, ਨਾ ਕਿ ਥਾਂ ਭਟਕਣਾ ਚਾਹੀਦਾ। ਹਾਂਜੀ ਠੀਕ ਹੈ ਨਿੱਜਾ ਸਾਹਿਬ। ਉਹ ਕਹਿੰਦੇ ਕਿ ਜਦੋਂ ਗਿਆਨ ਇੱਕ ਤੁਹਾਨੂੰ ਪੂਰਨ ਤੌਰ ਤੇ ਉਹਨੂੰ ਚੈੱਕ ਕਰੋ, ਤੁਹਾਨੂੰ ਗਿਆਨ ਸਹੀ ਮਿਲ ਰਿਹਾ, ਮਾਰਗਦਰਸ਼ਨ ਸਹੀ ਮਿਲ ਰਿਹਾ, ਫਿਰ ਥਾਂ ਤੇ ਨਾ ਭਟਕੋ, ਕਿਉਂਕਿ ਜ਼ਿਆਦਾ ਤੁਸੀਂ ਗਿਆਨ ਵੀ ਇਕੱਠਾ ਕਰ ਲਓਗੇ ਨਾ, ਉਹ ਇੱਕ ਬੜਾ ਵੱਡੀ ਉਲਝਣ ਹੈ। ਗਿਆਨ ਨਹੀਂ ਤੁਹਾਨੂੰ ਕਿਤੇ ਖੜ ਨਹੀਂ ਸਕਦਾ। ਗਿਆਨ ਦਾ ਕੰਮ ਕੀ ਆ? ਰੋਟੀ ਬਣਾਉਣ ਦੇ ਵੇਲੇ ਦੱਸੂਗਾ ਕਿ ਰੋਟੀ ਬਣਾਉਣੀ ਹੈ, ਏਦਾਂ ਬਣਾਉਣੀ ਹੈ, ਆਟੇ 'ਚ ਪਾਣੀ ਪਾਉਣਾ ਵਾ, ਏਦਾਂ ਕਰਨਾ। ਰੋਟੀ ਤੁਹਾਨੂੰ ਖੁਦ ਬਣਾਉਣੀ ਹੀ ਪੈਣੀ ਹੈ। ਗਿਆਨ ਦਾ ਮਤਲਬ ਇੰਨਾ ਹੀ ਹੈ। ਠੀਕ ਹੈ ਨਿੱਜਾ ਸਾਹਿਬ? ਬਿਲਕੁਲ ਠੀਕ ਹੈ। ਔਰ ਕਹਿੰਦੇ ਸੋ ਪਦ ਰਵੋ ਜੇ ਬਹੁਰ ਨਾ ਰਵਣਾ। ਜਿਸ ਤਰ੍ਹਾਂ ਜਿਹੜਾ ਹੈਗਾ ਨਾ, ਉਹ ਜਿਹੜਾ ਹੈਗਾ ਰਾਮਕ੍ਰਿਸ਼ਨ ਪਰਮਹੰਸ ਸੀਗਾ, ਕਾਲੀ ਦਾ ਪੁਜਾਰੀ ਸੀ, ਕਾਲੀ ਦਾ ਭਗਤ ਸੀਗਾ, ਉਹ ਕਾਲੀ ਤੱਕ ਹੀ ਪਹੁੰਚਿਆ ਪਾਏ, ਕਾਲੀ ਤੋਂ ਅੱਗੇ ਜਾ ਨਹੀਂ ਰਿਹਾ ਸੀਗਾ। ਫਿਰ ਉਹ ਖੜਗ ਸਿੰਘ ਜਿਹੜੇ ਹੈਗੇ ਉਹਨਾਂ ਨੇ ਕਿਹਾ ਬਈ ਇੱਕ ਕਹਿੰਦਾ ਮੈਂ ਕੀ ਕਰਾਂ? ਕਹਿੰਦੇ ਜਿਵੇਂ ਜਿੱਥੋਂ ਤੂੰ ਕਾਲੀ ਪ੍ਰਗਟ ਕੀਤੀ ਹੈ ਉਸੇ ਤਰੀਕੇ ਨਾਲ ਤਲਵਾਰ ਲੈ ਕੇ ਕਾਲੀ ਨੂੰ ਕੱਟ ਇਹਨੂੰ। ਤੇ ਉਹ ਚੀਜ਼ ਹੈਗੀ ਆ ਭਾਈ, ਸੋ ਪਦ ਰਵੋ ਜੇ ਬਹੁਰ ਨਾ ਰਵਣਾ। ਸਭ ਤੋਂ ਉੱਪਰਲਾ ਟੀਚਾ ਰੱਖੋ ਮਾਲਕ ਪਰਮਾਤਮਾ ਦਾ, ਉਹਦੀ ਭਗਤੀ ਕਰਨੀ ਹੈ, ਉਹਦਾ ਧਿਆਨ ਧਰਨਾ। ਨਿੱਜਾ ਸਾਹਿਬ ਸਿੱਧੀ ਗੱਲ ਹੈ, 1 ਸੈਕਿੰਡ 'ਚ ਹੀ ਗੱਲ ਖਤਮ ਕਰਦੀ ਹੈ ਬਾਣੀ। ਕਹਿੰਦੀ ਰੂਪ ਨਾ ਰੰਗ ਨਾ ਰੇਖ ਕਿਛ ਤ੍ਰੈ ਗੁਣ ਸੇ ਪ੍ਰਾਪਨ। ਇਹ ਸ਼ਕਤੀ ਦੀ ਤੁਸੀਂ ਭਗਤੀ ਕਰਨੀ ਆ, ਇਹਨੂੰ ਮਨ 'ਚ ਧਾਰਨਾ ਵਾ। ਜਿਹਦਾ ਰੂਪ ਨਹੀਂ ਹੈਗਾ, ਰੰਗ ਨਹੀਂ ਹੈਗਾ ਤੇ ਰੇਖ ਨਹੀਂ ਹੈਗੀ, ਬਾਕੀ ਜੋ ਵੀ ਹੈਗਾ, ਜੇ ਕੋਈ ਧਾਰ ਕੇ ਬੈਠੇ, ਜੇ ਕਿ ਬਾਬੇ ਨੂੰ, ਕਿ ਚੇਲੇ ਨੂੰ, ਕਿ ਦੇਵੀ ਦੇਵਤੇ ਨੂੰ, ਉਹ ਸਾਰੇ ਜਿਹੜੇ ਨੇ ਉਹ ਤੁਹਾਨੂੰ ਨਿਰਗੁਣ ਬ੍ਰਹਮ ਤੱਕ ਨਹੀਂ ਲੈ ਕੇ ਜਾਂਦੇ, ਨਾ ਹੀ ਉੱਥੇ ਪਹੁੰਚ ਹੈਗੀ। ਸੱਚ ਨਿੱਜਾ ਸਾਹਿਬ? ਬਿਲਕੁਲ ਠੀਕ ਹੈ। ਹਾਂਜੀ ਅੱਗੇ ਚੱਲੀਏ ਨਿੱਜਾ ਸਾਹਿਬ। ਸੋ ਧਿਆਨ ਧਰੋ ਬਹੁਰ ਨਾ ਧਿਆਨ ਧਰੋ ਜੇ ਬਹੁਰ ਨਾ ਧਰਨਾ। ਕਹਿੰਦੇ ਐਸੀ ਭਗਤੀ ਕਰੋ ਕਿ ਦੁਬਾਰਾ ਫਿਰ ਜਿਹੜੀ ਹੈਗੀ ਸ਼ਿਫਟ ਨਾ ਕਰਨਾ ਪਏ ਤੁਹਾਨੂੰ, ਬਸ ਜਿਹੜਾ ਮੰਜ਼ਿਲ ਤੱਕ ਪਹੁੰਚ ਜਾਓ। ਐਸੇ ਮਰੋ ਜੇ ਬਹੁਰ ਨਾ ਮਰਨਾ। ਕਹਿੰਦੇ ਮਨ ਨੂੰ ਮਾਰੋ ਪਦਾਰਥਾਂ ਤੋਂ, ਦੁਨੀਆ ਦੇ ਸਵਾਦਾਂ ਤੋਂ, ਤੇ ਜਨਮ ਮਰਨ ਤੋਂ ਰਹਿਤ ਹੋ ਜਾਓ, ਦੁਬਾਰਾ ਜਨਮ ਨਾ ਧਾਰਨਾ ਪਏ ਭਾਈ। ਹਾਂਜੀ ਵੀਰ। ਬਸ ਕਹਿੰਦੇ ਕਿ ਇੱਕ ਨਹੀਂ ਐਸਾ ਧਿਆਨ ਕਰੋ ਕਿ ਜਿਹੜਾ ਐਸਾ ਧਿਆਨ ਤੁਹਾਡਾ ਹੋ ਜੇ, ਫਿਰ ਦੁਬਾਰਾ ਧਿਆਨ ਨਾ ਟੁੱਟੇ ਤੁਹਾਡਾ। ਬਿਰਤੀ ਜਿਹੜੀ ਜੁੜ ਗਈ ਨਾ, ਫਿਰ ਉਹਨੂੰ ਲੋੜ ਨਾ ਪਵੇ। ਕਿਉਂਕਿ ਵੈਸੇ ਵੀ ਆਤਮਾ 'ਚ ਜਦੋਂ ਸੁਰਤੀ ਚੱਲ ਜਾਂਦੀ ਨਿੱਜਾ ਸਾਹਿਬ, ਫਿਰ ਨਿਕਲ ਨਹੀਂ ਸਕਦੀ, ਉਹ ਬੜੀ ਔਖੀ ਆ। ਕਿਉਂਕਿ ਆਤਮਾ 'ਚ ਜਦੋਂ ਵੀ ਸੁਰਤੀ ਗਈ, ਉਹ ਤੀਰ ਵਾਂਗੂ ਖੁੱਲਦੀ ਜਾਣੀ ਆ। ਤੀਰ ਹੁੰਦਾ ਤੁਹਾਨੂੰ ਪੁੱਛੋ ਚੁੰਝ ਬਣੀ ਹੁੰਦੀ ਵਾ ਇਕੱਲੇ ਬੰਨੇ, ਉਹ ਲੌਕ ਹੋ ਜਾਂਦੀ ਹੈ। ਉੱਥੇ ਹੀ ਤਰ੍ਹਾਂ ਸੁਰਤੀ ਜਦੋਂ ਧਿਆਨ ਦੇ ਵਿੱਚ ਪੱਕੀ ਹੋ ਜਾਂਦੀ ਆ, ਤੇ ਸੁਰਤੀ ਨੂੰ ਉੱਥੇ ਤੋੜਨਾ ਬਹੁਤ ਮੁਸ਼ਕਲ ਹੈ। ਪਦਾਰਥ ਤੇ ਖਾਸ ਕਰਕੇ ਤੋੜ ਨਹੀਂ ਸਕਦੇ। ਪਦਾਰਥਾਂ ਤੋਂ ਭਾਵ ਆੜੇ 5 ਤੱਤਾਂ ਦਾ ਬਣੀ ਕੋਈ ਵੀ ਚੀਜ਼। ਹਾਂਜੀ। ਐਸੇ ਮਰੋ ਜੇ ਬਹੁਰ ਨਾ ਮਰੋ। ਹਾਂ, ਤੇ ਫਿਰ ਮਰਨਾ ਮਤਲਬ ਇਹੋ ਹੀ ਆ ਕਿ ਜਨਮ ਮਰਨ ਨਹੀਂ ਲੈਣਾ ਪਵੇ। ਹਾਂ, ਜਨਮ ਨਹੀਂ ਲੈਣਾ ਤਾਂ ਪਵੇਗਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਇਹ ਰੂਪੀਆਂ ਜਿਹੜੀਆਂ ਅਗਨਾਂ ਹੈਗੀਆਂ, ਇਹਨਾਂ ਨੂੰ ਸ਼ਾਂਤ ਕਰ ਲਓ ਤੇ ਮਨ ਮਰ ਗਿਆ। ਬਸ ਜਦੋਂ ਮਨ ਹੀ ਮਰ ਗਿਆ ਤੇ ਫਿਰ ਬਾਕੀ ਦੁਬਾਰਾ ਮਰਨ ਦਾ ਤੇ ਜਿਉਣ ਦਾ ਤੇ ਸਵਾਲ ਹੀ ਨਹੀਂ ਹੁੰਦਾ, ਕਿਉਂਕਿ ਮਨ ਹੀ ਤੇ ਇੱਕ ਗਿਰਾਵਟ ਆ, ਔਰ ਮਨ ਦੇ ਅੰਦਰ ਹੀ ਉਹ ਬੂੰਦ ਆ, ਅੰਮ੍ਰਿਤ ਰੂਪੀ ਬੂੰਦ ਜਿਹੜੀ ਮਨ ਦੇ ਅੰਦਰ ਆ। ਇਸੇ ਲਈ ਤੇ ਤੁਹਾਨੂੰ ਵਿਚਾਰੇ ਕਮੈਂਟ 'ਚ ਤੇ ਪੁੱਟ ਲਿਆਉਂਦਾ ਤੋਂ ਬਿਲਕੁਲ ਬਹੁਤ ਕਰੀਬ ਹੈ, ਇੰਨਾ ਕਰੀਬ ਹੈ ਸਾਡੀ ਸੋਚ ਤੋਂ ਵੀ ਪਰੇ। ਹਾਂਜੀ ਨਿੱਜਾ ਸਾਹਿਬ। ਉਲਟੀ ਗੰਗਾ ਜਮਨ ਮਿਲਾਵੋ।
ਦੇਖ ਲਓ ਹੁਣ ਜਿਹੜਾ ਤ੍ਰਿਵੇਣੀ ਕਰ ਦੇਣੀ ਹੈ ਕਬੀਰ ਜੀ ਨੇ, ਉਲਟੀ ਗੰਗਾ ਜਮਨ ਮਿਲਾਵੋ। ਕਹਿੰਦੇ ਬਿਰਤੀ ਆਪਣੀ ਬਾਹਰ ਮੁਖੀ ਜਿਹੜੀ ਇਹਨੂੰ ਉੱਪਰ ਲੈ ਕੇ ਜਾ, ਦਸਮ ਦੁਆਰ ਤੇ ਲੈ ਕੇ ਜਾ ਬਿਰਤੀ ਨੂੰ, ਸੁਰਤ ਨੂੰ ਅੰਦਰ ਆਤਮਾ ਵੱਲ ਲੈ ਕੇ ਜਾ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਹਾਵੋ। ਕਹਿੰਦੇ ਬਗੈਰ ਪਾਣੀ ਦੇ ਸੰਗਮ ਕਰ ਉੱਥੇ ਈੜਾ ਪਿੰਗਲਾ ਔਰ ਸੁਖਮਨਾ ਜਿਹੜਾ ਹੈਗਾ ਤ੍ਰਿਵੇਣੀ ਦਾ ਸੰਗਮ ਕਰ, ਗੰਗਾ ਜਮਨਾ ਔਰ ਸਰਸਵਤੀ ਦਾ, ਬਗੈਰ ਪਾਣੀ ਦੇ। ਬਿਨ ਜਲ ਸੰਗਮ ਮਨ ਮਹਿ ਨਹਾਵੋ, ਮਨ ਦੇ ਵਿੱਚ, ਮਨ ਦੇ ਵਿੱਚੋਂ ਦੀ ਰਸਤਾ ਹੈਗਾ। ਲੋਚਾ ਸੰਸਰ ਇਹ ਵਿਵਹਾਰਾ, ਲੋਚਾ ਕਹਿੰਦੇ ਅੱਖਾਂ, ਕਹਿੰਦੇ ਸੰਸਰ ਰੱਖ ਅੱਖਾਂ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇਖ, ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਨੂੰ ਦੇਖ। ਆਹ ਵਿਵਹਾਰ ਹੈ ਤੇਰਾ ਦੁਨੀਆ ਦੇ ਵਿੱਚ, ਕਿਉਂਕਿ ਧਿਆਨ ਸਿਮਰਨ ਤਾਂ ਸਵੇਰੇ ਸ਼ਾਮ ਕਰੇਗਾ, ਤੇ ਬਾਕੀ ਜਿਹੜੇ ਹੈਗੇ 10-11 ਘੰਟੇ, 10 ਘੰਟੇ ਜਿਹੜੇ 11 ਘੰਟੇ ਕਿੰਨੇ ਘੰਟੇ, ਉਹ ਤਾਂ ਦੁਨੀਆ ਦੇ ਵਿੱਚ ਰਹਿਣਾ ਹੈ ਤੈਨੂੰ। ਉੱਥੇ ਫਲਾਨਾ ਤੇ ਢਿਮਕਾ ਤੇ ਸਾਰਾ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੇ ਹੈਗੇ ਕਰਦਾ ਰਹੇਗਾ ਤੇ ਵਿਚਾਰ ਤੇਰੇ ਬੰਦ ਹੀ ਨਹੀਂ ਹੋਣੇ, ਵਾਪਸ ਉੱਥੇ ਔਸੀਲੇਟ ਕਰੀ ਜਾਏਗਾ। ਇੱਧਰ ਭਗਤੀ ਕਰ ਲਈ, ਉੱਧਰ ਜਿਹੜਾ ਹੈਗਾ ਫਿਰ ਵਾਪਸ ਉੱਥੇ ਹੀ ਆ ਕੇ ਉਸੇ ਜਗ੍ਹਾ ਤੇ ਆ ਗਿਆ। ਕਹਿੰਦੇ ਸਮਸਰ ਰੱਖੀ ਦ੍ਰਿਸ਼ਟੀ ਨੂੰ, ਲੋਚਾ ਮਤਲਬ ਦ੍ਰਿਸ਼ਟੀ, ਲੋਚਾ ਸੰਸਰ ਇਹੋ ਵਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਔਰ ਤਤ ਨੂੰ ਫੜੀ, ਫੋਕ ਨੂੰ ਨਾ ਫੜੀ। ਬਈ ਪਰਮਾਤਮਾ ਮੇਨ ਜਿਹੜਾ ਮਾਲਕ ਪਰਮਾਤਮਾ ਹੈਗਾ, ਤਤ ਵਸਤੂ ਮਾਲਕ ਪਰਮਾਤਮਾ, ਤਤ ਵਸਤੂ ਨਾਮ ਹੈਗੀ, ਉਸ ਤੋਂ ਉੱਪਰ ਕੀ ਵਿਚਾਰ ਹੈ। ਕਹਿੰਦੇ ਤਤ ਵਸਤੂ ਆਪਣੇ ਟਾਰਗੇਟ ਆਪਣੇ ਯਾਦ ਰੱਖੀ ਆਪਣਾ। ਹਾਂਜੀ ਵੀਰ ਜੀ। ਹਾਂਜੀ, ਕਹਿੰਦੇ ਆ ਕਿ ਉਲਟੀ ਗੰਗਾ ਜਮਨਾ ਮਿਲਾਓ, ਜਮਨ ਮਿਲਾਓ। ਹਾਂਜੀ ਹਾਂ, ਜਮਨ ਮਿਲਾਓ। ਹੁਣ ਦੇਖੋ ਗੰਗਾ ਤੇ ਜਮਨਾ ਜਿਹੜੀਆਂ ਸਾਡੇ ਅੰਦਰ ਦੋ ਸ਼ਕਤੀਆਂ ਨੇ, ਈੜਾ ਤੇ ਪਿੰਗਲਾ। ਇਹ ਫਿਰ ਤ੍ਰਿਵੇਣੀ ਸੰਗਮ ਹੁੰਦਾ ਵਾ। ਵੈਸੇ ਪ੍ਰਾਗ ਦੇ ਵਿੱਚ ਇਹ ਆਪਣੀ ਇੱਕ ਜਗ੍ਹਾ ਵਾ ਜਿੱਥੇ ਜਮਨਾ, ਗੰਗਾ ਤੇ ਸਰਸਵਤੀ ਤਿੰਨੇ ਮਿਲ ਜਾਂਦੀਆਂ। ਠੀਕ ਹੈ ਨੀ ਜੀ ਸਾਹਿਬ? ਉਸੇ ਹੀ ਤਰ੍ਹਾਂ ਸਾਡੇ ਮੱਥੇ ਦੇ ਵਿਚਕਾਰ ਇਹਨਾਂ ਤਿੰਨਾਂ ਸ਼ਕਤੀਆਂ ਦਾ ਮਿਲਣ ਹੁੰਦਾ ਹੈ। ਉਦਾਹਰਨ ਤੌਰ ਤੇ ਕੀ ਹੁੰਦਾ ਵਾ ਕਿ ਈੜਾ ਤੇ ਪਿੰਗਲਾ, ਈੜਾ ਜਿਹੜੀ ਹੈਗੀ ਆ ਉਹ ਹੈਗੀ ਠੰਡੀ ਤੇ ਪਿੰਗਲਾ ਹੈਗੀ ਗਰਮ। ਜਦੋਂ ਈੜਾ ਪ੍ਰਗਟ ਹੋਈ ਤੁਹਾਡਾ ਢਿੱਡ ਵੀ ਠੰਡਾ ਤੇ ਮਨ ਤਨ ਸ਼ੀਤਲ ਹੋ ਜਾਂਦਾ, ਉਤੋਂ ਮਸਤਕ ਵੀ ਸ਼ੀਤਲ ਹੋ ਜਾਊਗਾ। ਤੁਹਾਨੂੰ ਇੰਝ ਲੱਗੂਗਾ ਕੋਈ ਨਾ ਕੋਈ ਜਿੱਦਾਂ ਠੰਡੀ, ਜਿੱਦਾਂ ਬਰਫ਼ ਵਾਂਗੂ ਚੀਜ਼ ਫੀਲ ਹੁੰਦੀ ਆ। ਪਿੰਗਲਾ ਜਿਹੜੀ ਉਹ ਗਰਮ ਹੈ, ਉਹਦੇ ਕਰਕੇ ਤੁਹਾਨੂੰ ਨਾਭੀ ਲਾ ਕੇ, ਢਿੱਡ ਲਾ ਕੇ, ਜਨਨੇਂਦਰੀ ਤੋਂ ਉੱਪਰ ਸਾਰਿਆਂ ਤੇ ਉਹ ਤੁਹਾਨੂੰ ਗਰਮ ਸ਼ਕਤੀ ਦਾ ਅਨੁਭਵ ਹੋਏਗਾ। ਮੱਥੇ ਦੇ ਵਿੱਚ ਵੀ ਤੁਹਾਨੂੰ ਲੱਗੇਗਾ ਕੋਈ ਚੀਜ਼ ਗਰਮ ਗਰਮ ਪ੍ਰਵੇਸ਼ ਕਰ ਰਹੀ ਹੈ। ਇਹ ਸਾਰੀ ਅੰਦਰ ਦੀ ਕਿਰਿਆ। ਸਭ ਤੋਂ ਪਹਿਲਾਂ ਸੁਖਮਨਾ ਪ੍ਰਗਟ ਹੁੰਦੀ ਆ। ਸੁਖਮਾ ਮੱਧਮ ਰੂਪ ਚ ਪ੍ਰਗਟ ਹੋ ਕੇ ਉੱਪਰ ਨੂੰ ਜਾਵੇਗੀ। ਉਹਦੇ ਨਾਲ ਤੁਹਾਨੂੰ ਸਰੀਰ ਚ ਝਟਕੇ ਲੱਗਣੇ। ਜਦੋਂ ਝਟਕੇ ਲੱਗਣੇ ਤੇ ਸਮਝ ਲਓ ਕਿ ਤੁਹਾਡਾ ਪ੍ਰਾਣ ਊਰਜਾ ਉੱਪਰ ਨੂੰ ਜਾਣੀ ਸ਼ੁਰੂ ਹੋ ਗਈ। 15-20 ਦਿਨਾਂ ਚ ਸੁਖਮਨਾ ਦਾ ਪ੍ਰਕਾਸ਼ ਪ੍ਰਗਟ ਹੋ ਕੇ ਉੱਪਰ ਮੱਥੇ ਦੇ ਨਾਲ, ਸਿਰ ਦੇ ਨਾਲ ਟਕਰਾ ਕੇ, ਫਿਰ ਮੱਥੇ ਨਾਲ ਟਕਰਾ ਕੇ ਉੱਥੇ ਅੰਦਰ 1 ਇੰਚ ਆ ਕੇ ਰੁਕ ਜਾਂਦਾ। ਉੱਥੇ ਪ੍ਰਤੀਕਸ਼ਾ ਕਰਦਾ, ਉੱਥੇ ਫਿਰ ਪ੍ਰਤੀਕਸ਼ਾ ਕਰਦਾ 5-10 ਦਿਨ, ਮਹੀਨਾ, 1.5 ਮਹੀਨਾ, 2 ਮਹੀਨੇ। ਉਸ ਚੱਕਰ ਨੇ ਤੁਹਾਡਾ ਪੂਰਾ ਪ੍ਰਕਾਸ਼ ਖਾਣਾ। ਉਸ ਤੋਂ ਬਾਅਦ ਇਸੇ ਸੁਖਮਨਾ ਦੇ ਪ੍ਰਕਾਸ਼ ਨੇ ਸੈਂਟਰ 'ਚ ਜਾਣਾ। ਸੈਂਟਰ 'ਚ ਜਿੱਦਾਂ ਤੁਸੀਂ ਵੇਖਿਆ ਹੋਊਗਾ ਕਿ ਕੋਈ ਵਾਲ ਹੁੰਦੇ ਨੇ ਕਮਰੇ 'ਚ ਬੰਦ ਕੀਤੇ ਨੇ, ਔਰ ਉੱਥੋਂ ਹੀ ਜਾ ਕੇ ਖੋਲ ਸਕਦੇ ਆ। ਇਹ ਜਿਹੜੀ ਈੜਾ ਤੇ ਪਿੰਗਲਾ ਦੀ ਵਾਇਰਿੰਗ ਆਲਰੇਡੀ ਹੋਈ ਆ ਸਾਡੀ ਬੋਡੀ 'ਚ। ਇਹ ਕਿਉਂਕਿ ਇਹ ਬ੍ਰਹਮ ਨਾੜੀਆਂ ਨੇ, ਇਹ ਜੀਵ ਨੂੰ ਮੁਕਤ ਕਰ ਦਿੰਦੀਆਂ ਨੇ। ਉੱਪਰ ਬ੍ਰਹਮ ਆ ਤੇ ਥੱਲੇ ਪ੍ਰਕਿਰਤੀ ਹੈ, ਨਲਾਂ 'ਚ ਸਾਡੇ ਪ੍ਰਕਿਰਤੀ ਹੈ। ਸਧਾਰਨ ਬੰਦਾ ਮਰ ਕੇ ਹੀ ਬਹੁਤਾ ਤਕੜਾ ਹੋਈ ਤੁਰਕਮ ਖਾਨ ਤੇ ਦਿਲ ਤੱਕ ਆਉਂਦਾ ਹੈ, ਗਲੇ ਤੱਕ ਆ ਕੇ। ਗਲੇ 'ਚ ਵੇਖੋ ਕਈ ਬੰਦੇ ਵੇਖੇ ਨੇ ਬੋਲਦੇ ਤੇ ਲੋਕੀ ਬਹੁਤ ਲਾਈਕ ਕਰਦੇ ਆ, ਸੰਗੀਤਕਾਰ ਐਰਾ ਵਗੈਰਾ, ਕਈ ਫਿਲਾਸਫਰ ਹੁੰਦੇ ਨੇ, ਗਲੇ ਤੱਕ ਬੈਠੇ ਨੇ, ਗਲੇ ਤੋਂ ਉੱਪਰ ਨਹੀਂ ਤੁਰਤੀ ਚੜ੍ਹਦੀ। ਕਈਆਂ ਦਾ ਹਿਰਦੇ ਚੱਕਰ ਬੜਾ ਚੱਲਿਆ ਹੁੰਦਾ ਵਾ, ਕਈਆਂ ਦਾ ਨਾਭੀ ਚੱਕਰ ਬੜਾ ਚੱਲਿਆ ਹੁੰਦਾ ਵਾ। ਉੱਥੇ ਵੀਰਤਾ ਤਾਂ ਬਹੁਤ ਹੁੰਦਾ ਹੈ, ਬੰਦਾ ਬਹਾਦਰ ਹੁੰਦਾ ਹੈ। ਆਮ ਬੰਦੇ ਤੋਂ ਜ਼ਿਆਦਾ ਬਹਾਦਰ ਹੋਊਗਾ। ਥੱਲੇ ਕਾਮ ਦੇ ਵਿੱਚ ਹੀ ਜੀਵਨ ਗ੍ਰਸਤ ਹੋ ਜਾਂਦਾ ਹੈ। ਉੱਥੇ ਥੋੜੀ ਜਿਹੀ ਊਰਜਾ ਪ੍ਰਗਟ ਹੁੰਦੀ ਹੈ, ਥੋੜਾ ਜਿਹੇ ਪ੍ਰਾਣ ਪ੍ਰਗਟ ਹੁੰਦੇ ਆ, ਉੱਥੇ ਹੀ ਆ ਕੇ ਬੰਦਾ ਨੂੰ ਨਸ਼ਟ ਕਰ ਲੈਂਦਾ। ਨਾਭੀ ਚੱਕਰ ਆ ਗਿਆ, ਨਾਭੀ ਦੇ ਵਿੱਚ ਤੁਹਾਨੂੰ ਥੋੜੀ ਸ਼ਕਤੀ ਪ੍ਰਾਪਤ ਹੋਈ। ਕਈ ਲੋਕ ਹੀ ਕਰਦੇ ਆ ਕਿ ਇਸ ਸੰਸਾਰਿਕ ਪਦਾਰਥਾਂ ਨੂੰ ਪ੍ਰਾਪਤ ਕਰਦੇ ਆ, ਰਾਜਸਿਕ ਸੁੱਖ ਮਿਲ ਜਾਂਦੇ ਨੇ, ਮਿਹਨਤ ਬਹੁਤ ਕਰਦੇ। ਹਿਰਦੇ ਚੱਕਰ 'ਚ ਆਇਆ ਬੰਦਾ ਪਿਆਰ ਬਹੁਤ ਕਰਦਾ। ਗਲੇ 'ਚ ਆ ਗਿਆ ਤੇ ਉੱਥੇ ਉਹਦੀ ਬੋਲ ਕਬੋਲ ਵਿਸ਼ੁੱਧੀ ਚੱਕਰ ਕਹਿੰਦੇ ਉਹਨੂੰ ਆਪਾਂ, ਹਨਾ। ਬਿਲਕੁਲ ਠੀਕ ਹੈ ਜੀ। ਇੱਥੇ ਆ ਕੇ ਬੰਦੇ ਦੀ ਜ਼ਬਾਨ 'ਚ ਸ਼ਕਤੀ ਆ ਜਾਂਦੀ। ਜਦੋਂ ਆਪਾਂ ਆਗਿਆ ਚੱਕਰ ਕੋਲ ਪਹੁੰਚ ਜਾਂਦੇ ਹਾਂ, ਆਗਿਆ ਚੱਕਰ ਦਾ ਮਤਲਬ ਹੈਗਾ ਤੁਹਾਡੀਆਂ ਅੱਖਾਂ ਦੇ ਵਿੱਚ। ਚੱਕਰਾਂ ਦੇ ਨਾਂ ਨੂੰ ਤੇ ਕੋਈ ਫਰਕ ਨਹੀਂ ਪੈਂਦਾ। ਇਹ ਗਿਣਤੀ ਮਿਣਤੀ ਦੀਆਂ ਗੱਲਾਂ ਨੇ, ਇਹ ਬੜੀਆਂ ਜ਼ਰੂਰੀ ਨੇ, ਪਤਾ ਹੋਣੀਆਂ ਚਾਹੀਦੀਆਂ। ਤਾਂ ਅੱਖਾਂ ਦੇ ਵਿੱਚ ਜਦੋਂ ਪ੍ਰਕਾਸ਼ ਆ ਜਾਂਦਾ ਹੈ ਨਾ ਦੋਨੋਂ ਭਰੋਟਿਆਂ ਦੇ ਅੰਦਰ,
ਉਸ ਤੋਂ ਬਾਅਦ ਫਿਰ ਅੱਗੇ 2 ਨਾੜਾਂ ਬੰਦ ਪਈਆਂ ਨੇ, ਈੜਾ ਤੇ ਪਿੰਗਲਾ ਦੀਆਂ, ਉਹਨਾਂ ਨੂੰ ਇਹਨੇ ਖੋਲਣਾ ਹੈ। ਔਰ ਜਿੱਦਣ ਇਹ ਥੋੜੀਆਂ ਜਿਹੀਆਂ ਖੁੱਲ ਗਈਆਂ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੇਗਾ ਕਿ ਤੁਹਾਡੇ ਥੱਲੇ ਵਾਲੇ ਧੜ ਤੋਂ ਕਾਫੀ ਜ਼ਿਆਦਾ ਸ਼ਕਤੀ ਰਿਲੀਜ਼ ਹੋ ਕੇ ਉੱਪਰ ਨੂੰ ਜਾਣੀ ਹੈ। ਇਹ ਗੱਲ ਯਾਦ ਰੱਖਿਓ, ਉਦੋਂ ਡਰਨਾ ਨਹੀਂ ਹੈ ਤੁਹਾਨੂੰ। ਕਈ ਵਾਰੀ ਤੁਸੀਂ ਬਹੁਤ ਹੀ ਜ਼ਿਆਦਾ ਸਮਾਧੀ ਲੀਨ ਹੋਵੋਗੇ ਤੇ ਸ਼ਾਇਦ ਤੁਹਾਨੂੰ ਪਤਾ ਨਾ ਲੱਗਾ ਹੋਵੇ। ਮੇਰੇ ਨਾਲ ਏਦਾਂ ਹੈ ਕਿ ਮੈਂ ਨਾ 15-20 ਦਿਨ ਹੋ ਗਏ ਸਾਧਨਾ ਸ਼ੁਰੂ ਕੀਤੀ ਹੈ ਤੇ ਸੁਰਤ ਲੱਗ ਗਈ ਹੈ ਤੇ ਮੂੰਹ ਮੇਰਾ ਅਗਲੇ ਬੰਨੇ ਡਿੱਗਿਆ, ਬਿਲਕੁਲ ਮੇਰਾ ਨਾ ਛਾਤੀ ਦੇ ਨਾਲ ਅਗਲੇ ਬੰਨੇ ਉੱਥੇ ਮੂੰਹ ਟੱਚ ਹੋਇਆ। ਥੱਲੇ ਨਾ ਕਾਫੀ ਜ਼ਿਆਦਾ ਜਿੱਦਾਂ ਮਤਲਬ ਨਾ ਜਿੱਦਾਂ ਡੂਮਣਾ ਕਹਿ ਲਓ, ਜਿੰਨਾ ਹਰਾ ਡੂਮਣੇ ਵਾਂਗੂ ਨਾ ਕਣ ਪ੍ਰਕਾਸ਼ ਦੀ ਸ਼ਕਤੀ ਥੱਲੇ ਇਕੱਠੀ ਹੋ ਗਈ ਨਾਭੀ ਚੋਂ, ਮੈਨੂੰ ਝਟਕਾ ਮਾਰਨ, ਮੈਨੂੰ ਤਾਂ ਨੂੰ ਖਾਣ, ਮੇਰੀ ਨਾ ਸਮਾਧੀ ਭੰਗ ਕਰ ਦਿੱਤੀ। ਰੋਜੀ ਜੀ ਮਾਈਕ ਬੰਦ ਕਰੋ ਪਲੀਜ਼। ਰੋਜੀ ਜੀ ਮਾਈਕ ਬੰਦ ਕਰੋ ਪਲੀਜ਼, ਥੈਂਕ ਯੂ। ਕਾਫੀ ਜ਼ਿਆਦਾ ਪ੍ਰਾਣ ਊਰਜਾ ਉੱਪਰ ਆਈ, ਮੈਨੂੰ ਨੇ ਠਾ ਤੇ ਦਿੱਤਾ, ਮੈਂ ਉੱਠ ਵੀ ਗਿਆ, ਮੁੜ ਕੇ ਮੈਂ ਸਾਧਨਾ ਤੋਂ ਵੀ ਉੱਠ ਗਿਆ। ਬਹੁਤ ਜ਼ਿਆਦਾ એનર્ਜੀ ਉੱਪਰ ਗਈ। ਉੱਪਰ ਜਾ ਕੇ ਉੱਤੇ ਜਾ ਕੇ ਕੋਈ ਸਾਸਤਰਾ ਜਾਂ ਜਿਹਨੂੰ ਆਪਾਂ ਖੋਪੜੀ ਕਹਿੰਦੇ, ਜਿੱਥੇ ਜੂੜੇ ਬੱਚੇ ਕਰਦੇ, ਉੱਥੇ ਪ੍ਰਵੇਸ਼ ਕਰ। ਉਸ ਦਿਨ ਤੋਂ ਫਿਰ ਮੈਨੂੰ ਇੰਨਾ ਪਤਾ ਲੱਗਾ ਕਿ ਸੱਜੇ ਬੰਨਿਓ ਮੇਰੀ ਵੱਖੀ ਚ ਤੇ ਖੱਬੇ ਬੰਨੇ ਵੱਖੀ ਚੋਂ ਕੁਝ ਚੀਜ਼ ਹੈਗੀ ਉੱਪਰ ਨੂੰ ਚੜ੍ਹਦੀ ਹੈ ਤੇ ਇਹ ਸਭ ਤੋਂ ਪਹਿਲਾਂ ਉੱਪਰ ਟਕਰਾਉਂਦੀ ਹੈ। ਉੱਤੇ ਖੋਪੜੀ ਦੇ ਜਿੱਥੇ ਬੱਚੇ ਜੂੜਾ ਬੰਨਦੇ, ਉੱਥੋਂ ਟਕਰਾ ਕੇ ਤੁਹਾਨੂੰ ਇੱਥੇ ਜਿਹੜਾ ਤੁਹਾਡੇ ਵਾਲ ਖਤਮ ਹੁੰਦੇ, ਮੱਥਾ ਸ਼ੁਰੂ ਹੁੰਦਾ, ਤੁਹਾਨੂੰ ਉੱਥੇ ਚੰਗੀ ਤਰ੍ਹਾਂ ਅਨੁਭਵ ਹੋਊਗਾ। ਉੱਥੇ ਟਕਰਾਉਣ ਤੋਂ ਬਾਅਦ ਅਗਲੇ ਬੰਨੇ ਆ ਜਾਣੀ ਹੈ। ਇੱਥੇ ਨੱਕ ਦੀ ਹੱਡੀ ਥੋੜੀ ਜਿਹੀ ਵਧੀ, ਉਹਦੇ ਨਾਲ ਟਕਰਾ ਕੇ ਅੰਦਰ ਨੂੰ ਜਾਂਦੀ ਹੈ। ਇਹ ਫਿਰ ਤਿੰਨੇ ਤ੍ਰਿਵੇਣੀ ਸੰਗਮ ਹੁੰਦਾ ਹੈ। ਬੜਾ ਵੱਡੀ ਗੱਲ ਹੈ। ਇਸ ਜਿੰਨੇ ਵੀ ਆਪ ਗ੍ਰੰਥ ਪੜ੍ਹੋਗੇ, ਇਹ ਪ੍ਰਾਣ ਊਰਜਾ ਦੀ ਹੀ ਗੱਲ ਕੀਤੀ ਹੈ। ਜਦ ਤੱਕ ਉਹ ਚੇਤਨਾ ਹੈ ਸਾਡੀ, ਪ੍ਰਾਣ ਦਾ ਮਤਲਬ ਚੇਤਨਾ। ਇਹ ਜਿਹੜਾ ਤੁਸੀਂ ਵਹਿੰਦੇ ਸੁਣਦੇ ਪਏ ਜੋ ਨਾ, ਇਹ ਚੇਤਨਾ ਨਾਲ ਵਹਿੰਦੇ ਪਏ ਜੋ। ਜਦੋਂ ਕਹਿੰਦੇ ਨੇ ਕਹਾਂ ਰਹਿਤ ਹੈ ਪਵਨਾ, ਪਵਨ ਕਿੱਥੇ ਰਹਿੰਦੀ, ਇਹ ਪ੍ਰਾਣ ਕਹਿੰਦੇ ਨੇ। ਜੋਤੀਆਂ ਨੇ ਜੋਗੀਆਂ ਨੇ ਪੁੱਛਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਬਿਲਕੁਲ, ਕਿ ਪਵਨ ਕਿੱਥੇ ਰਹਿੰਦੇ ਆ ਤੇ ਮਨ ਕਿੱਥੇ ਸਮਾਉਂਦਾ ਹੈ, ਮਨ ਕਿੱਥੇ ਰਹਿੰਦਾ ਹੈ। ਹੁਣ ਤੁਸੀਂ ਵੇਖੋ, ਇਹ ਪ੍ਰਾਣ ਜਿਹੜੇ ਹੁੰਦੇ ਆ, ਇਹ ਫਿਰ ਉੱਤੋਂ ਕੰਟਰੋਲ ਕਰਨ ਦਾ ਪੈਂਦਾ। ਜੋਗੀ ਦੇ ਪ੍ਰਾਣ ਉੱਪਰ ਹੁੰਦੇ ਨੇ। ਤੁਸੀਂ ਵੇਖਿਆ ਨੀ, ਤੁਹਾਡੇ ਹੁਣ ਜਦੋਂ ਤੁਸੀਂ ਸਮਾਧੀ ਲੀਨ ਹੁੰਦੇ ਜੋ ਤਾਂ ਕੋਈ ਚੀਜ਼ ਛੜ ਕਰਦੀ, ਤੁਹਾਡੇ ਪੈਰਾਂ ਤੋਂ ਚੱਲਦੀ ਤੇ ਉੱਪਰ ਚੜ ਜਾਂਦੀ, ਉੱਤੇ ਇਕੱਠੀ ਹੋ ਕੇ ਬਹਿ ਜਾਂਦੀ ਹੈ। ਫਿਰ ਜਦੋਂ ਤੁਸੀਂ ਵਾਪਸ ਆਉਂਦੇ ਜੋ ਤੇ ਨਿੱਜਾ ਸਾਹਿਬ ਹੱਡੀਆਂ ਇੱਕਦਮ ਆਕੜੀਆਂ ਹੁੰਦੀਆਂ ਤੁਹਾਡੀਆਂ। ਸਰੀਰ ਮੁੱਢ ਜਾਂ ਨਹੀਂ ਬਣ ਜਾਂਦਾ, ਆਕੜਿਆ ਹੁੰਦਾ। ਉਸ ਟਾਈਮ ਤੇ ਨਿੱਜਾ ਸਾਹਿਬ ਜਿਹੜਾ ਸਰੀਰ, ਉਹ ਨੀਂਦ ਨਹੀਂ ਹੈਗੀ। ਨੀਂਦ ਇੱਕ ਅਲੱਗ ਚੀਜ਼ ਆ। ਨੀਂਦ ਚ ਸਰੀਰ ਥੋੜ੍ਹੀ ਆਕੜਦਾ, ਇਹ ਸਮਾਧੀ ਚ ਆਕੜਦਾ, ਕਿਉਂਕਿ ਸਾਰੇ ਪ੍ਰਾਣ ਤੇ ਇਕੱਠੇ ਕਰਕੇ ਅੰਦਰ ਇਕੱਠੇ ਕਰ ਲਏ ਆਪਣੇ ਅੰਦਰ, ਆਪਣੇ ਅੰਦਰ ਜਿਹੜਾ ਆਪਣੀ ਤੁਹਾਡੀ ਤੀਜਾ ਨੇਤਰ ਉੱਥੇ ਇਕੱਠੇ ਕਰ ਲੈਂਦੇ ਜੀ। ਉਹ ਫਿਰ ਜਦੋਂ ਪ੍ਰਾਣ ਇਕੱਠੇ ਹੁੰਦੇ ਆ, ਇਸ ਤੋਂ ਬਾਅਦ ਫਿਰ ਤਿੰਨੇ ਨਾੜੀਆਂ ਅੰਦਰ ਜਾਂਦੀਆਂ। ਇਹਨਾਂ ਕੀ ਕਰਨਾ, ਤੁਹਾਡੇ ਮਨ ਨੂੰ ਨਾ ਮੰਜਨ ਕਰਨਾ ਹੈ। ਮੰਜਨ ਕੀ ਕਹਿੰਦੇ ਨੂੰ? ਮਜਨ ਮਨ ਕੀ ਕਰਦਾ? ਮਜਨ ਕਰਦਾ ਹੈ ਇਹ ਤਿੰਨਾਂ ਨਾੜੀਆਂ ਦੇ ਨਾਲ। ਫਿਰ ਤੁਹਾਡਾ ਮਸਤਕ ਇਹਨਾਂ ਅੰਦਰੋਂ ਸਰ ਕਰਕੇ ਹਿੱਲੂਗਾ ਸੱਪ ਦੇ ਵਾਂਗੂ। ਤੁਸੀਂ ਵੇਖੋਗੇ ਸਭ ਤੋਂ ਪਹਿਲਾਂ ਤੁਹਾਡਾ ਸੱਜਾ ਹੀ ਮਸਤਕ ਹਿੱਲਣਾ ਹੈ। ਖੱਬੇ ਵੱਲ ਬਹੁਤ ਘੱਟ ਪ੍ਰਕਾਸ਼ ਜਾਂਦਾ ਹੈ, ਬਹੁਤ ਰੇਅਰ ਜਾਂਦਾ ਹੈ, ਕਿਉਂਕਿ ਜ਼ਿਆਦਾ ਫੰਕਸ਼ਨ ਜਿਹੜਾ ਸੱਜੇ ਚ। ਮੁੜ ਕੇ ਲਾਸਟ ਤੇ ਜਦੋਂ ਤੁਹਾਡੀ ਸਾਧਨਾ ਕਾਫੀ ਵਧੀਆ ਹੋ ਗਈ, ਫਿਰ ਇਹ ਖੱਬੇ ਵਾਲੇ ਸਾਈਡ ਤੇ ਖੱਬੇ ਦਿਮਾਗ 'ਚ ਜਾਂਦਾ। ਔਰ ਉਹਦੇ ਲਈ ਤੁਹਾਡੇ ਕੰਨਾਂ 'ਚ ਛਾਂ ਦੀ ਆਵਾਜ਼ ਆਉਣੀ ਹੈ ਸ਼ੁਰੂ 'ਚ। ਫਿਰ ਅੱਖਾਂ ਦੇ ਵਿੱਚ ਵੀ ਤੁਹਾਡੇ ਅੰਦਰ ਪਾਣੀ ਆਊਗਾ, ਛਿੱਕਾਂ ਬਹੁਤ ਆਉਣਗੀਆਂ, ਜ਼ੁਕਾਮ ਆਊਗਾ, ਗਲਾ ਬਹੁਤ ਖੁਸ਼ਕ ਹੋ ਜਾਣਾ ਤੁਹਾਡਾ। ਇਹ ਚੀਜ਼ਾਂ ਤੁਹਾਡੇ ਨਾਲ ਹੋਣੀਆਂ। ਮਸਤਕ ਹਿੱਲ ਕੇ ਤੁਹਾਨੂੰ ਇੰਝ ਲੱਗੂਗਾ ਤੁਹਾਡਾ ਮਸਤਕ ਬਹੁਤ ਛੋਟਾ ਹੋ ਰਿਹਾ ਪਿਆ। ਪਹਿਲਾਂ ਕਾਫੀ ਵੱਡਾ ਸੀ ਨਾ, ਹੁਣ ਇੰਝ ਲੱਗਣਾ ਜਿੱਦਾਂ ਕੋਈ ਚੀਜ਼ ਨਹੀਂ ਹੁੰਦੀ, ਪਾਤੀ ਦੇ ਵਾਂਗੂ। ਨਿੱਜਾ ਸਾਹਿਬ ਪੱਕਦੀ ਹੈ ਜੀ। ਤੇ ਇਹ ਮਸਤਕ ਹਿੱਲਣਾ ਵਾ, ਪਹਿਲਾਂ ਹਿਲਦਾ ਰਹਿਣਾ। ਫਿਰ ਜਿਹਦੇ ਮਸਤਕ 'ਚ ਵੇਖੋ ਨਾ ਥੋੜੀਆਂ ਜਿਹੀਆਂ ਉਂਗਲਾਂ ਵਿੱਚ ਗੈਪ ਹੈਗੇ ਅੰਦਰ, ਉਹ ਫਿਰ ਤੁਹਾਨੂੰ ਆਵਾਜ਼ ਆਊਗੀ ਜਿੱਦਾਂ ਆਪਾਂ ਸਾਬਣ ਲਾ ਕੇ ਹੱਥਾਂ ਤੇ ਟੂਟੀ ਥੱਲੇ ਕਰਦੇ ਨੇ, ਕਿਰਚ ਦੀ ਆਵਾਜ਼ ਆਉਂਦੀ ਨਾ, ਓਦਾਂ ਨਿੱਜਰ ਸਾਹਿਬ ਤੁਹਾਡੇ ਮਸਤਕ 'ਚ ਆਵਾਜ਼ ਆਉਣੀ ਹੈ ਤੁਹਾਨੂੰ। ਫਿਰ ਉਹਦੇ ਨਾਲ ਕੀ ਹੋਣਾ ਹੈ ਕਿ ਮਸਤਕ ਨਿੱਜਰ ਸਾਹਿਬ ਪਤਾ ਨੀ ਕੀ, ਉਹ ਪਰਮਾਤਮਾ ਨੂੰ ਕੀ ਹੁੰਦੀ ਉਹ ਚੀਜ਼, ਉਹਦੇ ਨਾਲ ਕੀ ਮਨ ਸ਼ਾਂਤ ਹੋਣਾ ਲੈ ਪੈਂਦਾ ਤੁਹਾਡਾ। ਮਨ ਸ਼ਾਂਤ ਵੀ ਹੁੰਦਾ ਤੇ ਪਲੱਸ ਇਹ ਫਿਰ ਪ੍ਰਕਾਸ਼ ਨਿੱਜਰ ਸਾਹਿਬ ਮਗਰਲੇ ਬੰਨੇ ਚੱਲ ਜਾਣਾ ਵਾ, ਜਿੱਥੇ ਅਚੇਤਨ ਮਨ ਕਹਿੰਦੇ ਆ, ਜਿੱਥੇ ਬਿਲਕੁਲ ਸਿਸਟਮ ਸਾਡਾ ਕੰਟਰੋਲ ਹੈ, ਜਿਹੜਾ ਕੰਟਰੋਲ ਦਾ ਕੰਟਰੋਲਰ, ਉੱਥੋਂ ਸਾਰਾ ਕੰਟਰੋਲ ਹੁੰਦਾ ਹੈ। ਫਿਰ ਇਹ ਪ੍ਰਾਣ ਊਰਜਾ ਦੇ ਨਾਲ ਜਿੱਦਾਂ ਅਸੀਂ ਕਰਦੇ ਕਿ ਉਸ ਸੁੱਤੇ ਮਨ ਨੂੰ ਜਗਾ ਲੈਂਦੇ ਆ, ਸੁੱਤਾ ਮਨ ਜਗਾਇਆ। ਬਿਲਕੁਲ, ਇਹ ਮਨ ਓਦਾਂ ਨਹੀਂ ਜਾਗਦਾ। ਸਧਾਰਨ ਬੰਦੇ ਕਿੱਥੇ ਮਨ ਜਾਗਦਾ? ਉਹ ਤੇ ਮਸ਼ੀਨ ਨਹੀਂ, ਇੱਕ ਮਸ਼ੀਨ ਆ। ਚਿੱਤ 'ਚ ਜੋ ਸੰਸਕਾਰ ਹੈਗੇ ਓਦਾਂ ਦਾ ਜੀਵਨ ਬਤੀਤ ਕਰਨਾ। ਫਿਰ ਕਹਿੰਦੇ ਆ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੇ ਮਨ ਤਨ ਭਇਆ ਅਰੋਗਾ। ਸਿਮਰ ਗੁਰ ਆਪਣਾ ਸੋਇਆ, ਸਿਮਰ ਗੁਰ ਆਪਣਾ ਸੋਇਆ ਮਨ ਜਗਾਈ।
ਹਾਂ ਉਹ ਫਿਰ ਜਾਗਦਾ, ਫਿਰ ਉਹ ਕਹਿੰਦਾ जन्म जन्म इस मन को जन्म जन्म की मल लागी। हाँ, काला हुआ स्याहो खनली धोती उजली ना थी बई जे सौ धोवन पाओ। बिल्कुल। हाँ, ਮੇਰੇ ਮਨ ਬੜਾ ਨਹਾਉਂਦਾ ਉੱਥੇ। ਤੁਹਾਡੇ ਮਨ ਨੇ ਵੇਖੋ ਕਿੱਦਾਂ ਦਿਨ ਰਾਤ ਨਹਾਉਣਾ ਹੈ, ਔਰ ਤੁਹਾਡੇ ਤੇ ਐਸਾ ਭੂਤ ਸਵਾਰ ਹੋ ਜਾਣਾ ਵਾ ਨਾਮ ਦਾ। ਤੁਸੀਂ ਤੁਹਾਨੂੰ ਇੰਝ ਲੱਗਣਾ ਕੰਮ ਹੀ ਕੋਈ ਨਹੀਂ ਹੈ। ਤੁਹਾਡੇ ਘਰਦਿਆਂ ਨੇ ਵੀ ਕਹਿ ਦੇਣਾ ਕਿ ਬਈ ਤੈਨੂੰ ਕੰਮ ਹੀ ਇਹੋ ਆ ਭਗਤੀ। ਤੇਰੇ ਦਿਮਾਗ 'ਚ ਕੋਈ ਕੀੜਾ ਵੜ ਗਿਆ ਭਗਤੀ। ਉਹ ਏਦਾਂ ਬੰਦੇ ਨੂੰ ਮਨ ਕੀ ਕਰਦਾ, ਮਨ ਫਿਰ ਬਾਹਰ ਮੁੱਕੀ ਨਹੀਂ ਜਾਂਦਾ। ਫਿਰ ਉਹਨੂੰ ਤੁਸੀਂ ਵੇਖੋ ਪਦਾਰਥਾਂ 'ਚ ਜਾਣਾ ਹੀ ਨਹੀਂ ਇਹਨੇ। ਤੁਹਾਡੇ ਕੋਲ ਕੋਈ ਡਿਮਾਂਡ ਨਹੀਂ ਕਰਨੀ। ਇਹਨੇ ਕਹਿਣਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਉੱਥੇ ਨਿਰਵਿਚਾਰ 'ਚ ਲੈ ਕੇ ਜਾ। ਕਿਉਂਕਿ ਇਹਦੀ ਖੁਦ ਤੁਹਾਨੂੰ ਨਹੀਂ ਪਤਾ, ਪਰ ਇਹਨੂੰ ਪਤਾ ਵਾ ਸਾਰਾ ਕਿ ਉੱਥੇ ਕੀ ਹੈਗਾ। ਸਾਡੇ ਅਨੁਭਵ ਦਾ ਨਹੀਂ ਹੈ। ਸਾਡਾ ਮਨ ਬਹੁਤ ਪੁਰਾਣਾ ਹੈ, ਬਹੁਤ ਪੁਰਾਣਾ ਬੋਲੇ ਤੇ ਇਹਨੂੰ ਸਾਰਾ ਪਤਾ ਹੈ। ਇਹ ਅਨਮਨੀ ਅਵਸਥਾ ਤੁਹਾਡੇ ਕੋਲ ਮੰਗਣੀ ਹੈ। ਹੁਣ ਜੇ ਆਪਾਂ ਕੋਈ ਚੀਜ਼ ਖਾਂਦੇ ਹਾਂ 10 ਵਾਰੀ 20 ਵਾਰੀ 30 ਵਾਰੀ 40 ਵਾਰੀ, ਫਿਰ ਇਹਨੂੰ ਚੀਜ਼ ਚੰਗੀ ਲੱਗਦੀ ਹੈ, ਤੁਹਾਡੇ ਕੋਲ ਡਿਮਾਂਡ ਕਰਦਾ ਹੈ। ਉਸੇ ਹੀ ਤਰ੍ਹਾਂ ਜਦੋਂ ਇਹਨੂੰ ਭਗਤੀ ਚੰਗੀ ਲੱਗਣ ਡਿਆ ਫਿਰ ਇਹਨੇ ਤੁਹਾਡੇ ਕੋਲ ਭਗਤੀ ਦੀ ਡਿਮਾਂਡ ਕਰਨੀ ਹੈ। ਹਾਂਜੀ ਨਿਜਰ ਸਾਹਿਬ। ਬਿਲਕੁਲ ਠੀਕ ਹੈ ਜੀ। हाँ, उल्टी गंगा जमुन मिलावो बिन जल संगम मन में नहावो। नहावो लिखा है, मिलावो लिखा है। उल्टी गंगा जमुन मिलावो बिन जल संगम मन में नहावो। लोचा संसर एह व्यवहारा तत्त विचार के आवर विचारा। आही आ पाए तत्त विचार। कहते इस तो उपर होर की विचार है दसो। आ चीज़ आ प्रैक्टिकल करन तो अलावा होर काहदा विचार हैगा, होर की ज्ञान है। ਆ ਜਿਹੜੀ ਗੱਲ ਤੁਹਾਨੂੰ ਦੱਸਦੀ ਹੈ ਨਾ, ਹਾਂਜੀ, ਇਹ ਗੱਲ ਦੁਨੀਆ ਦੀ ਕਿਸੇ ਜਗ੍ਹਾ 'ਚ ਨਹੀਂ ਲਿਖੀ ਗਈ। ਇਹ ਪ੍ਰੈਕਟੀਕਲ ਗੱਲ ਹੈ ਨਿਜਰ ਸਾਹਿਬ। ਹਾਂਜੀ ਹਾਂਜੀ, ਇਹ ਗੱਲ ਗੁਪਤ ਹੀ ਸੀ, ਇਹ ਨਹੀਂ ਦੱਸੀ ਗਈ। ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਓ, ਇਹਨੂੰ ਪਤਾ ਹੀ ਨਹੀਂ ਉਸ ਚੀਜ਼ ਦੇ ਬਾਰੇ। ਕਿਉਂਕਿ ਇਹ ਗੱਲ ਜਿਹੜੀ ਹੈ ਇਹ ਦੱਸਣ ਦਾ ਨਾ ਕਾਰਨ ਇਹ ਹੋਈ ਸੀ ਕਿ ਜਿਹੜੇ ਪਖੰਡੀ ਲੋਕ ਆ ਉਹ ਇਹਨੂੰ ਵੇਚਣ ਨਾ। ਫਿਰ ਇਹ ਵੀ ਦੱਸ ਦੇਣਗੇ ਤੇ ਫਿਰ ਤੇ ਸਾਰਾ ਕੁਝ ਜ਼ਾਹਰ ਹੀ ਹੋ ਜਾਣਾ। ਇਹ ਹੈ ਤੇ ਕੁਛ ਵੀ ਨਹੀਂ ਗੱਲ, ਜਿਹੜੀ ਤੁਹਾਨੂੰ ਫਰੀ ਚ ਦੱਸਦੀ ਆ। ਕਿਉਂਕਿ ਸਾਧਕ ਹੈਗਾ ਜੇ ਤੁਸੀਂ, ਤੁਹਾਡਾ ਜਾਣਨ ਦਾ ਹੱਕ ਆ। ਪਰ ਜਿਹੜੇ ਕਈ ਬੰਦੇ ਇੱਧਰ ਉੱਧਰ ਦੇ ਨਕਲੀ ਬੰਦੇ ਹੁੰਦੇ ਨੇ, ਉਹ ਤੁਹਾਡੀਆਂ ਗੱਲਾਂ ਸੁਣ ਕੇ ਫਿਰ ਤੁਹਾਨੂੰ ਏਦਾਂ ਹੀ ਬੇਵਕੂਫ ਬਣਾ ਸਕਦੇ ਆ। ਬੱਚਾ ਭਾਵੇਂ ਮਾਂ ਨੇ ਪੇਟ ਤੋਂ ਨਹੀਂ ਪੈਦਾ ਕੀਤਾ, ਕਿਤਾਬਾਂ ਪੜੂਗੀ 4-5, ਤੁਹਾਡੇ ਤੋਂ ਵੱਧ ਜ਼ਿਆਦਾ ਉਹਨੂੰ ਪਤਾ ਲੱਗ ਜਾਣਾ ਵਾ। ਇਹ ਚੀਜ਼ ਹੈ। ਇਸੇ ਕਰਕੇ ਬਾਣੀ ਚ ਵੀ ਜਿਹੜੀ ਗੱਲ ਦੇਖੋ, ਬਾਣੀ ਨੂੰ ਇਹ ਮੁੰਦਾਵਣੀ ਬਾਣੀ ਕਹਿੰਦੇ ਬਾਣੀ ਮੁੰਦਾਵਣੀ ਹੈ। ਇਹ ਮੁੰਦਾਵਣੀ ਸਤਿਗੁਰੂ ਭਾਈ ਗੁਰਸਿੱਖਾਂ ਲੱਦੀ ਭਾਲ। ਹਾਂ, ਸਿੱਧੀ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਉਹਦੇ ਪਿੱਛੇ ਕਾਰਨ ਇਹ ਹੋਇਆ ਕਿਉਂਕਿ ਲੋਕ ਜਿਹੜੇ ਨੇ ਇਹ ਬੜੇ ਖਤਰਨਾਕ ਲੋਕ ਹੈਗੇ ਨੇ। ਉਹ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਇਹਦਾ ਗਲਤ ਇਸਤੇਮਾਲ ਕਰ ਲੈਣਗੇ। ਹੁਣ ਪਾਕਿਸਤਾਨ ਦੇ ਵਿੱਚ ਇੱਕ ਬੰਦਾ ਜਿਹਨੂੰ ਨਿਊਕਲੀਅਰ ਬੰਬ ਬਣਾਉਣਾ ਆਉਂਦਾ, ਉਹਨੂੰ ਉਹਨਾਂ ਨਜ਼ਰਬੰਦ ਕੀਤਾ। ਉਹਨੂੰ ਰਾਜਿਆਂ ਵਾਂਗੂ ਸਾਰੇ ਸੁੱਖ ਦਿੱਤੇ ਆ, ਪਰ ਉਹਨੂੰ ਬਾਹਰ ਕਿਉਂ ਨਹੀਂ ਕੱਢਦੇ? ਕਿਉਂਕਿ ਫਾਰਮੂਲਾ ਵਾ। ਉਹ ਚਾਹੁੰਦੇ ਨਹੀਂ ਕਿ ਉਹਦਾ ਫਾਰਮੂਲਾ ਲੀਕ ਹੋ ਜਾਏ। ਇਸੇ ਹੀ ਤਰ੍ਹਾਂ ਬਾਣੀ ਦੇ ਵਿੱਚ ਜਿਹੜੇ ਫਾਰਮੂਲੇ ਹੁੰਦੇ ਨੇ, ਬਾਣੀ ਚ ਉਹਨਾਂ ਨੇ ਕੋਡਿੰਗ ਕੀਤੇ ਨੇ। ਬਾਣੀ ਆਪ ਨਹੀਂ ਕਹਿੰਦੇ ਕਿੱਦਾਂ ਉਹਨਾਂ ਨੇ ਨੰਬਰ ਪਾਏ ਨੇ ਪੂਰਾ A to Z। ਇਹਨੂੰ ਛੇੜੋ ਨਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਇਨਸਾਨ ਬਹੁਤ ਖਤਰਨਾਕ ਹੈ ਤੇ ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ। ਔਰ ਲੋਕੀ ਕਰਦੇ ਪਏ, ਤੁਸੀਂ ਵੇਖੋ ਸੱਜੇ ਬੰਨੇ ਖੱਬੇ ਚਨਾਕਣਾ ਤੇ ਬਾਬਾ ਬਣ ਕੇ ਬੈਠਾ। ਅਜੇ ਤੇ ਇੰਨੀ ਲੋਕਡ ਆ, ਭਾਵੇਂ ਪਤਾ ਕੁਛ ਨਹੀਂ ਲੱਗਣ ਦਿਆ, ਫਿਰ ਵੀ ਉਹ ਆਮ ਹੀ ਕਿਤਾਬਾਂ ਕਦੋਂ ਪੜ੍ਹ ਕੇ ਜਦੋਂ ਸੁਣਾਉਣਾ ਸ਼ੁਰੂ ਕਰਦਾ ਹੈ। ਪਰ ਉਹਨਾਂ ਨੇ ਤੁਹਾਡੇ ਨਾਲ ਕਿਤੇ ਅਨੁਭਵ ਦੀ ਗੱਲ ਨਹੀਂ ਕਰਨੀ। ਆਹ ਜਿਹੜੀ ਮੈਂ ਤੁਹਾਨੂੰ ਗੱਲ ਕਹਿੰਦੇ ਆ ਨਾ, ਜਸਟ ਮੈਂ ਛੋਟੀ ਜਿਹੀ ਗੱਲ ਕੀਤੀ ਹੈ, ਤੇ ਤੁਸੀਂ ਅਨੁਭਵ ਕਰਨੇ ਤੁਸੀਂ ਕਰ ਰਹੇ ਜੋ। ਇਹ ਔਖੀ ਗੱਲ ਕਿਹੜੀ ਆ? ਪੁਰਾਣੇ ਸਾਧਕ ਜੋ ਤੁਸੀਂ ਸਾਰੇ, ਇਹ ਕਿਸੇ ਨੂੰ ਪੁੱਛ ਕੇ ਵੇਖ ਲਓ। ਨਹੀਂ ਪਤਾ, ਕਿਉਂ ਨਹੀਂ ਪਤਾ? ਕੋਈ ਜਾਊਗਾ ਤੇ ਪਤਾ ਕਰੂਗਾ। ਜਦੋਂ ਬੰਦਾ ਆਪ ਸੰਸਾਰ 'ਚ ਬੈਠਾ ਤੇ ਇਹ ਅਨੁਭਵ ਤੇ ਉਹਨੂੰ ਹੋਣੇ ਆ ਜਿਹੜਾ ਬੰਦਾ ਠੰਡੇ ਉੱਤੇ ਕੀ ਤੇ ਵਾਲੋਂ ਨਿੱਕੀ, ਜਿਹੜਾ ਬੰਦਾ ਚੱਲਦਾ ਹੈ ਔਰ ਜੀਵਨ ਜਿਹਦਾ ਉੱਚਾ ਹੁੰਦਾ ਵਾ। ਜਦੋਂ ਤੁਸੀਂ ਫੁੱਲੀਆਂ ਛੱਡੋਗੇ ਨਾ ਤਾਂ ਹੀ ਅਵਸਥਾ ਮਿਲਣੀ ਹੈ। ਇਹ ਨਹੀਂ ਕਿ ਫੁੱਲੀਆਂ ਵੀ ਚਾਹੀਦੀਆਂ ਵਿੱਚ ਹੀ ਤੇ ਵਿੱਚ ਬ੍ਰਹਮਲੀਨ ਵੀ ਬੰਦਾ ਹੋ ਜੇ। ਹਾਂ, ਤੁਸੀਂ ਅਨੁਭਵ ਕਰ ਸਕਦੇ ਜੋ, ਪਰ ਇੱਕ ਸਮਾਂ ਆਊਗਾ ਤੁਹਾਡੇ ਜੀਵਨ 'ਚ ਧਰਮ ਆਉਣਾ ਪਊਗਾ। ਜੇ ਧਰਮ ਆਊਗਾ ਤਾਂ ਫੇਰ ਹੀ ਅੱਗੇ ਯਾਤਰਾ ਹੋਣੀ। ਨਿਜਰ ਸਾਹਿਬ ਉਨੀ ਤੋਂ ਉਸ ਤੋਂ ਅੱਗੇ ਤੇ ਯਾਤਰਾ ਨਹੀਂ ਕਰ ਸਕਦੇ। ਹਾਂਜੀ ਨਿਜਰ ਸਾਹਿਬ। ਹਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਹਪ ਕਹਿੰਦੇ ਪਾਣੀ ਨੂੰ, ਤੇਜ ਕਹਿੰਦੇ ਆ ਅਗਨੀ ਨੂੰ, ਬਾਏ ਕਹਿੰਦੇ ਹਵਾ ਨੂੰ, ਪ੍ਰਿਥਵੀ ਕਹਿੰਦੇ ਆ ਪ੍ਰਿਥਵੀ ਨੂੰ, ਮੈਟਰ। ਆਕਾਸ਼ ਕਹਿੰਦੇ ਆ ਸੁਨ ਸਪੇਸ ਨੂੰ। ਪੰਜ ਤੱਤ ਆ ਕਹਿੰਦੇ। ਐਸੀ ਰਹਿਤ ਰਵੋ ਹਰ ਪਾਸਾ। ਹਰ ਮਤਲਬ ਹਰੀ ਨਹੀਂ, ਹਰ ਮਤਲਬ ਚਾਰੋਂ ਪਾਸੇ। ਕਹਿੰਦੇ ਚਾਰੋਂ ਪਾਸੇ ਇੱਕ ਰਹਿਤ ਰੱਖਣੀ ਪੈਣੀ ਹੈ ਤੈਨੂੰ। ਕੀ ਰਹਿਤ ਰੱਖਣੀ ਪੈਣੀ ਆ?
ਕਹਿੰਦੇ ਤੇਰੇ ਚਾਰੋਂ ਪਾਸੇ 5 ਤੱਤ ਹੈਗੇ ਆ, ਸਿਰਫ 5 ਤੱਤ ਹੈਗੇ ਤੇਰੇ ਚਾਰੋਂ ਪਾਸੇ, ਔਰ ਉਹਦੇ ਅੰਦਰ ਮਾਲਕ ਪਰਮਾਤਮਾ ਹੈਗਾ। ਬਸ ਸਾਰਾ 5 ਤੱਤਾਂ ਦੀ ਰਚਨਾ ਹੈ, ਜਿਹਨੂੰ ਤੂੰ ਦੂਜਾ ਤੀਜਾ ਸਮਝ ਰਿਹਾ ਹੈ, ਜਿਹਨੂੰ ਦੁਆਇਤ ਡੁਐਲਿਟੀ ਸਮਝ ਰਿਹਾ ਹੈ। 5 ਤੱਤਾਂ ਦੀ ਰਹਿਤ ਰੱਖ, 4 ਸਪੇਰੇ ਬਸ 5 ਤੱਤ ਹੈਗੇ ਆ, ਔਰ ਉਹ ਮਾਲਕ ਪਰਮਾਤਮਾ ਹੈਗਾ। ਤਾਂ ਤੇਰੇ ਵਿਚਾਰ ਬੰਦ ਹੋਣੇ, ਤਾਂ ਤੂੰ ਇਸ ਅਵਸਥਾ ਤੇ ਪਹੁੰਚ ਪਾਏਗਾ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ऐसी रहत रहो हर पासा, कहे कबीर निरंजन ਧਿਆਵੋ। ਕਬੀਰ ਜੀ ਕਹਿੰਦੇ ਮੈਂ ਤਾਂ ਉਹ ਨਿਰੰਜਨ ਜਿਹੜਾ ਕਾਲਕ ਰਹਿਤ, ਜਿਹੜਾ ਮਾਇਆ ਰਹਿਤ ਪਰਮਾਤਮਾ ਹੈਗਾ, ਉਹਦਾ ਧਿਆਨ ਧਰੂੰਗਾ। ਤਿਤ ਕਰ ਜਾਉ ਜੇ ਬਹੁਰ ਨਾ ਆਵੋ, ਮੈਂ ਉਸ ਘਰ ਤੇ ਜਾਊਂਗਾ ਕਿ ਦੁਬਾਰਾ ਮੈਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਨਮ ਮਰਨ ਦਾ ਗੇੜਾ ਨਹੀਂ ਲੈਣਾ ਪਏ। ਹਾਂਜੀ ਵੀਰ ਜੀ, ਹਾਂਜੀ ਬਿਲਕੁਲ ਠੀਕ ਹੈ। ਇੱਥੇ ਹੁਣ ਸੰਸਾਰ 'ਚ ਆਪਾਂ ਨੂੰ ਬੁਰਾਈ ਕਿਉਂ ਨਜ਼ਰ ਆਉਂਦੀ ਆ? ਇਹਦੇ ਮਨ ਮੈਲੇ ਤੇ ਸਭ ਕੁਛ ਮੈਲਾ। ਮਨ ਮੈਲਾ ਵਾ, ਕਹਿਣ ਤੋਂ ਭਾਵ ਕਿ ਜਿਹੜੀ ਮੇਰੀ ਐਨਕ ਆ, ਹੁਣ ਬਾਹਰੋਂ ਬਾਹਰ ਥੋੜੀ, ਧਰਤੀ ਤੇ ਥੋੜੀ ਰੁੱਖਾਂ 'ਚ ਪ੍ਰੋਬਲਮ ਹੈਗੀ, ਸੜਕ ਥੋੜੀ ਖਰਾਬ ਹੈਗੀ ਆ। ਹੁਣ ਕਾਰ ਦਾ ਸ਼ੀਸ਼ਾ ਹੀ ਗੰਦਾ ਵਾ, ਵੇਖੀ ਜਾਓ, ਸਾਡੀਆਂ ਅੱਖਾਂ 'ਚ ਵੀ ਕੋਈ ਨੁਕਸ ਨਹੀਂ ਹੈਗਾ, ਪਰ ਪ੍ਰੋਬਲਮ ਤੇ ਹੈ ਕਿ ਜਿਹਦੇ ਰਾਹੀਂ ਤੇ ਵੇਖਣ ਦੇ ਉਹਦੇ ਵਿੱਚ ਗੜਬੜ ਆ। ਬਿਲਕੁਲ। ਔਰ ਮਨ ਮੈਲੇ ਤੇ ਸਭ ਕੁਛ ਮੈਲਾ। ਤਾਂਹੀਓ ਤੇ ਬਾਣੀ ਕਹਿੰਦੀ ਕਿ ਤੇਰੇ ਮਨ 'ਚ ਮੈਲ ਹੈਗਾ ਨਾ, ਤੂੰ ਚੰਗੀ ਜਗ੍ਹਾ 'ਚ ਵੀ ਭੋਗ ਲੱਭ ਲੈਣਾ। ਇਹ ਸੰਸਾਰ 'ਚ ਵੈਸੇ ਵੀ ਨੁਕਸ ਕੋਈ ਨਹੀਂ ਹੈਗਾ, ਇਹ ਆਪਣੇ ਮਨ ਦਾ ਵਹਿਮ ਹੀ ਹੈ ਕਿ ਆਪਾਂ ਨੂੰ ਇਹ ਦਿਖਦਾ ਹੈ ਕਿ ਇੱਥੇ ਬੜਾ ਕੁਝ ਹੈਗਾ, ਪਰ ਉਹ ਕਹਿੰਦੇ ਕਿ ਨਹੀਂ ਹੈਗਾ, ਨਿਰੰਜਨ ਹੀ ਆ। ਤੇ ਇਹ ਸਾਰੇ ਪਾਸੇ ਉਹਦਾ ਫੈਲਾਓ। ਪਰ ਉਹਦੇ ਲਈ ਇਹ ਨਹੀਂ ਯਕੀਨ, ਇਹ ਨਹੀਂ ਕਿ ਮਨ ਨੂੰ ਸਮਝਾਉਣਾ ਵਾ ਆਪਾਂ। ਇਹ ਨਿੱਜਰ ਸਾਹਿਬ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ। ਇਹ ਸਾਨੂੰ ਆਪਣੇ ਮਨ ਨੂੰ ਸਮਝਾਉਣ ਦੀ ਲੋੜ ਨਹੀਂ ਆ, ਇਹ ਆਟੋਮੈਟਿਕਲੀ ਹੀ ਤੁਹਾਡੇ ਅੰਦਰ ਅਵਸਥਾ ਬਣਨੀ। ਹਾਂਜੀ ਨਿੱਜਰ ਸਾਹਿਬ ਆਹ ਤੋਂ ਬੋਲੋ, ਕਹੇ ਕਬੀਰ ਨਿਰੰਜਨ ਧਿਆਓ। ਨਿਰੰਜਨ ਧਿਆਵੋ, ਕਹਿੰਦੇ ਮੈਂ ਤਾਂ ਉਸ ਨਿਰੰਜਨ ਮਾਲਕ ਪਰਮਾਤਮਾ ਦਾ ਧਿਆਨ ਧਰੂੰਗਾ। ਤਿਤ ਕਰ ਜਾਉ ਜੇ ਬਹੁਰ ਨਾ ਆਵੋ, ਮੈਂ ਉਸ ਘਰ 'ਚ ਜਾਊਂਗਾ ਭਾਈ, ਉਸ ਚੌਥੇ ਪਦ 'ਚ, ਕਿ ਦੁਬਾਰਾ ਮੈਨੂੰ ਜਿਹੜਾ ਹੈ ਜਨਮ ਮਰਨ ਦੇ ਗੇੜ 'ਚ ਨਾ ਪੈਣਾ ਪਏ। ਹਾਂਜੀ ਕਬੀਰ ਜੀ ਕਹਿ ਰਹੇ, ਖੁਦ ਕਹਿ ਰਹੇ ਕਿ ਮੈਂ ਨਿਰੰਜਨ ਨੂੰ ਧਿਆਊਂਗਾ, ਮਤਲਬ ਕਿ ਮੈਂ ਉਹ ਕਿਸੇ ਨੂੰ ਨਹੀਂ ਧਿਆਉਣਾ ਬਸ, ਔਰ ਮੈਂ ਸੁਰਤ ਨੂੰ ਆਤਮਾ ਦੇ ਵਿੱਚ ਲੈ ਕੇ ਜਾਊਂਗਾ, ਸੁਰਤ ਪ੍ਰੇਮ ਨੂੰ ਧਿਆਊਂਗਾ, ਮੈਂ ਹੋਰ ਕਿਸੇ ਨੂੰ ਨਹੀਂ ਧਿਆਉਣਾ ਜਿੰਨਾ ਮੈਂ ਧਿਆਉਂਦਾ। ਹਾਂਜੀ ਨਿੱਜਰ ਸਾਹਿਬ, ਸੁਰਤ ਨੂੰ ਆਪਣੀ ਨੂੰ ਆਤਮਾ ਦੇ ਵਿੱਚ ਲੈ ਕੇ ਜਾਊਂਗਾ। ਤਿਤ ਕਰ ਜਾਉ ਜੇ ਬਹੁਰ ਨਾ ਆਵਾਂ, ਦੁਬਾਰਾ ਨਹੀਂ ਆਉਣਾ ਪਊਗਾ। ਹਾਂਜੀ ਤੇ ਫਿਰ ਕਹਿੰਦੇ ਕਿ ਮੇਰੀ ਪਹੁੰਚ ਹੈ, ਮੈਂ ਉਸ ਜਗ੍ਹਾ ਤੇ ਕਰਨੀ ਆ ਜਿੱਥੋਂ ਜਾਣ ਤੋਂ ਬਾਅਦ ਫਿਰ ਮੇਰਾ ਆਵਾਗਮਨ ਜਿਹੜਾ ਵਾ ਖਤਮ ਹੋ ਜਾਊਗਾ, ਮੇਰੇ ਮਨ ਦੀ ਦੁਬਿਧਾ ਜਿਹੜੀ ਉਹ ਖਤਮ ਹੋ ਜਾਊ, ਫਿਰ ਲੋੜ ਹੀ ਨਹੀਂ, ਫਿਰ ਕਿੱਥੇ ਜਾਣਾ। ਠੀਕ ਹੈ ਨਾ ਜੀ, ਅੱਜ ਦੇ ਵਿਚਾਰ ਇੱਥੇ। ਬਿਲਕੁਲ ਵੀਰ ਜੀ, ਦੇਖੋ ਤਾਂ ਹੀ ਮੈਂ ਕੱਲ ਇਹ ਸ਼ਬਦ ਨਹੀਂ ਲਿਆ ਸੀਗਾ, ਕਿਉਂਕਿ ਇਹ ਸ਼ਬਦ ਜਿਹੜਾ ਹੈਗਾ ਇਹਨੂੰ ਪੂਰਾ ਟਾਈਮ ਚਾਹੀਦਾ ਸੀ। ਸਾਧ ਸੰਗਤ ਜੀ, ਇਹ ਜਿਹੜਾ ਇਹ ਚੀਜ਼ ਨੂੰ ਆਪਣੇ ਵਿਚਾਰ ਕਰਨਾ, ਜੀਵਨ ਪਰਮ ਜੀਵਨ ਜਿਹੜਾ ਨਾ ਉਹ ਇੱਕ ਜੀਵਨ ਦਾ ਵਿਸ਼ਾ ਹੈ। ਆਉਣਾ ਜਾਣਾ ਖਤਮ ਹੋਣਾ ਇੱਕ ਅਲੱਗ ਚੀਜ਼ ਹੈ, ਉਹ ਹੋਰ ਅਵਸਥਾ ਹੈ। ਪਰ ਜਿਉਂਦੇ ਜੀ ਉਸ ਜੀਵਨ ਨੂੰ ਹੰਡਾਉਣਾ ਹੀ, ਉਹਨੂੰ ਅਨੁਭਵ ਕਰਨਾ, ਉਸ ਸ਼ਾਂਤੀ ਦੇ ਵਿੱਚ ਜੀਵਨ ਰਹਿਣਾ, ਉਸ ਸ਼ਾਂਤੀ ਨੂੰ ਅਨੁਭਵ ਕਰਨਾ, ਫਿਰ ਉਹਨੂੰ ਜੀਵਨ ਦਾ ਹਿੱਸਾ ਬਣਾ ਕੇ ਹੀ ਮਜ਼ਾ ਆਉਂਦਾ ਹੈ ਜੀਵਨ ਦਾ। ਇਸ ਲਈ ਕਹਿੰਦੇ ਕਿ ਘੱਟ ਉਮਰ ਦਾ ਬੰਦਾ ਜਦੋਂ ਸਾਧਨਾ ਕਰਦਾ ਹੈ ਤਾਂ ਬੜਾ ਉਹਨੂੰ ਉਹਦਾ ਸਾਰਾ ਜੀਵਨ ਬੜਾ ਇੱਕ ਆਨੰਦਮਈ, ਇੱਕ ਰਿਦਮ ਬਣ ਜਾਂਦਾ, ਇੱਕ ਸੰਗੀਤ ਬਣ ਜਾਂਦਾ। ਵੈਸੇ ਤੇ ਬੰਦਾ ਬੁਢਾਪੇ 'ਚ ਵੀ ਸਾਧਨਾ ਕਰ ਸਕਦਾ, ਪਰ ਉਹ ਜੀਵਨ ਜਿਹੜਾ ਇੱਕ ਪਰਮ ਆਨੰਦ, ਪਰਮ ਸ਼ਾਂਤੀ ਦੇ ਵਿੱਚ ਜੀਵਨ ਬਤੀਤ ਕਰਨਾ। ਆਪ ਜਸਟ ਸੋਚੋ, ਤੁਸੀਂ ਅੰਦਰੋਂ ਗਤੀਹੀਨ ਜੋ, ਕਿਹੋ ਜਿਹਾ ਜੀਵਨ ਹੋਊ? ਕੋਈ ਅੰਦਰ ਪ੍ਰੋਗਰਾਮਿੰਗ ਨਹੀਂ ਚੱਲਦੀ ਤੁਹਾਡੇ ਅੰਦਰ, ਕੁਛ ਵੀ ਨਹੀਂ ਚੱਲਦਾ, ਸਾਰਾ ਕੁਝ ਤੇ ਬੰਦ ਕਰਤਾ। ਆਪ ਜਸਟ ਸੋਚੋ ਕਿ ਕਿਹੋ ਜਿਹੀ ਅਵਸਥਾ ਹੋ, ਉਹਨੂੰ ਅਣਮਣੀ ਅਵਸਥਾ ਕਹਿੰਦੇ ਆਪਾਂ। ਥਾਟਲੈਸ ਕੰਮ ਕਰੋਗੇ, ਸਾਰੇ ਕੰਮ ਕਰੋਗੇ, ਬੱਚਿਆਂ ਨੂੰ ਪੜ੍ਹਾਓਗੇ, ਬੱਚਿਆਂ ਦੇ ਲਈ ਉਹਨਾਂ ਦੀ ਕਮਾਈ ਕਰੋਗੇ, ਕੰਮ ਤੇ ਜਾਓਗੇ, ਪਰ ਅੰਦਰ ਪ੍ਰੋਸੈਸ ਨਹੀਂ ਜੇ ਚੱਲਾ। ਇੱਕਦਮ ਸਾਰਾ ਕੁਝ ਜੋਤੀ ਜੋਤ 'ਚ ਗਈ ਆ, ਬੂੰਦ ਸਾਗਰ 'ਚ ਗਈ ਆ, ਸਭ ਕੁਝ ਸਟਾਪ ਹੋ ਗਿਆ। ਬਹੁਤ ਹੀ ਆਨੰਦਮਈ ਅਵਸਥਾ, ਔਰ ਉਸ ਨੂੰ ਜਾਣੇ ਬਿਨਾਂ ਸੰਸਾਰ ਤੋਂ ਨਹੀਂ ਜਾਣਾ ਚਾਹੀਦਾ। ਇਹੋ ਆਪਣੀ ਸਾਧਨਾ ਦੇ ਵਿੱਚ ਮੇਨ ਮਹੱਤਵਪੂਰਨ ਗੱਲ ਆ, ਤੇ ਬਾਣੀ ਵੀ ਸਾਨੂੰ ਇਹੋ ਹੀ ਸਮਝਾਉਂਦੀ ਹੈ ਕਿ ਉਸ ਤੱਤ ਨੂੰ ਅਨੁਭਵ ਕਰਨਾ ਹੈ,
ਔਰ ਉਦਾਂ ਦਾ ਮਰਨਾ ਹੈ ਕਿ ਮੁੜ ਕੇ ਬਹੁਤ ਮੈਨੂੰ ਦੁਬਾਰਾ ਏਦਾਂ ਦਾ ਭੱਜਣ ਦੀ ਲੋੜ ਨਾ। ਠੀਕ ਹੈ ਨਾ ਜੱਟਾ? ਹਾਂਜੀ ਵੀਰ। ਮਨਦੀਪ ਜੀ ਨੇ ਕੁਝ ਕਹਿਣਾ ਹੈ? ਮਨਦੀਪ ਜੀ ਪੰਜਾ ਜਾ ਚਮਕ ਰਿਹਾ ਉਹਨਾਂ ਦਾ ਉਦਾਂ ਨਾ ਪੈ ਗਿਆ ਹੁਣ। ਓਕੇ ਨਹੀਂ ਜੀ ਸੌਰੀ, ਉਹ ਪਹਿਲਾਂ ਮੈਂ ਕੀਤਾ ਤਾਂ ਉਹ ਬੋਲਣ ਲਈ ਮੈਂ ਕਿਹਾ ਕਿ ਨਹੀਂ ਕੋਈ ਨਹੀਂ ਹਾਂਜੀ।